ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਦੇ ਵਿੱਚ ਪੋਲੀਟੀਕਲ ਸੰਕਟ ਸੰਘਣਾ ਹੋ ਗਿਆ। ਸਰਕਾਰ ਨੇ ਬੇਸ਼ੱਕ ਲੋਕਾਂ ਨੂੰ ਰਾਹਤ ਦਿੱਤੀ ਆ 10 ਰੁਪਏ ਪੈਟਰੋਲ ਔਰ 5 ਰੁਪਏ ਡੀਜ਼ਲ ਤੇ, ਪਰ ਉਹਨੂੰ ਆਪ ਕੋਈ ਰਾਹਤ ਨਹੀਂ ਮਿਲੀ। ਜੇਕਰ ਬਿਜਲੀ ਸਮਝੌਤਿਆਂ ਦੇ ਨੋਟਿਸ ਦੀ ਗੱਲ ਆ ਤਾਂ ਜਿਵੇਂ ਟ੍ਰਿਬਿਊਨਲ ਨੇ ਉਹਨੂੰ ਸਟੇ ਕਰਤਾ ਹੈ, ਹੁਣ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ ਨੂੰ ਕਿਵੇਂ ਨਜਿੱਠਣਗੇ ਮੁੱਖ ਮੰਤਰੀ ਚੰਨੀ, ਇਹ ਦੇਖਣਾ ਹੀ ਹੋਊਗਾ। ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਨੇ ਬਹੁਤ ਸਾਰੇ ਟਵੀਟ ਕਰਕੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਮਿੱਟੀ ਪਲੀਤ ਕਰਤੀ ਹੈ। ਜੇਕਰ ਸੱਚਮੁੱਚ ਇਹਨੂੰ ਤੁਸੀਂ ਵਾਈਡਰ ਪ੍ਰਸਪੈਕਟਿਵ 'ਚ ਦੇਖੋਗੇ ਤਾਂ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਤਾਂ ਬਣਦਾ ਹੀ ਆ। ਦੂਜੇ ਬੰਨੇ ਸਰਕਾਰ ਦੀ ਇੱਕ ਮੀਟਿੰਗ ਦਾ ਜ਼ਿਕਰ ਹੋ ਰਿਹਾ ਏਜੀ ਨਾਲ ਕੁਝ ਮੰਤਰੀਆਂ ਦੀ। ਹੁਣ ਦੇਖਣਾ ਹੈ ਕਿ ਸਿੱਧੂ ਔਰ ਸਰਕਾਰ ਕਿੰਨਾ ਚਿਰ ਆਹਮਣੇ ਸਾਹਮਣੇ ਖਲੋ ਕੇ ਇੱਕੋ ਹੀ ਪਾਲੇ ਦੇ ਵਿੱਚ ਨਜ਼ਰ ਆਉਂਦੇ ਆ ਤੇ ਲੜਦੇ ਵੀ ਰਹਿੰਦੇ ਆ। ਰਵਨੀਤ ਬਿੱਟੂ ਗਾਹੇ ਬਗਾਹੇ ਆਪਣੀ ਗੱਲ ਕਹਿੰਦੇ ਰਹੇ ਆ, ਲਾਲ ਸਿੰਘ ਹੋਰਾਂ ਵੀ ਆਪਣਾ ਫਾਨਾ ਠੋਕਤਾ ਹੈ, ਲੇਕਿਨ ਜੇਕਰ ਆਪਾਂ ਸੁਖਬੀਰ ਬਾਦਲ ਦੀ ਗੱਲ ਮੰਨੀਏ ਤਾਂ ਉਹ ਵੀ ਕਹਿੰਦੇ ਆ ਕਿ ਬੇਅਦਬੀ ਮਾਮਲਿਆਂ ਦੀ ਐਸਆਈਟੀ ਨੂੰ ਹੈੱਡ ਕਿਉਂ ਕਰਦੇ ਨੇ ਮੀਟਿੰਗ ਦੇ ਰੂਪ 'ਚ ਚੰਨੀ। ਹੁਣ ਇਹ ਵੀ ਸਵਾਲ ਬਹੁਤ ਵੱਡਾ ਹੈ ਕਿ ਜਿਹੜੇ ਬਿਜਲੀ ਸਮਝੌਤਿਆਂ ਦੀ ਗੱਲ 3.5 ਸਾਲ ਪਹਿਲਾਂ ਕੈਪਟਨ ਅਮਰਿੰਦਰ ਵੱਲੋਂ ਰੱਦ ਕਰਨ ਦੀ ਆ ਰਹੀ ਆ, ਕੀ ਉਹਦੇ 'ਚ ਸਚਾਈ ਸੀ? ਕੀ ਕਦੇ ਕਾਂਗਰਸ ਦੀ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਫੜ ਲਿਆ ਸੀ 3.5 ਸਾਲ ਪਹਿਲਾਂ ਜਦੋਂ ਉਹ ਇਹ ਸਮਝੌਤੇ ਰੱਦ ਕਰਨ ਵੱਲ ਵਧੇ ਸੀ? ਇਹ ਵੀ ਰੌਲੇ ਰੱਪੇ ਨੇ। ਧੂੜ ਦੇ ਵਿੱਚ ਬੜਾ ਕੁਝ ਉੱਡਦਾ ਫਿਰਦਾ ਹੈ, ਲੇਕਿਨ ਸਭ ਤੋਂ ਪਹਿਲਾਂ ਅੱਜ ਦੀ ਕੈਬਨਿਟ ਦੀ ਜਿਹੜੀ ਮੀਟਿੰਗ ਹੋਈ ਗੱਲ ਉੱਤੋਂ ਸ਼ੁਰੂ ਕਰ ਲੈਂਦੇ ਆ। ਹਾਲਾਂਕਿ ਤੁਸੀਂ ਸਿੱਧੂ ਦੇ ਟਵੀਟ ਵੀ ਥੋਰੋਲੀ ਪੜ੍ਹਿਆ। ਹੁਣ ਕਿੱਦਾਂ ਤੇ ਕਿਵੇਂ ਅੱਗੇ ਵਧੂਗੀ ਸਰਕਾਰ, ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੋ ਗਿਆ। ਕ੍ਰੈਡੀਬਿਲਟੀ ਦਾ ਤੇ ਲੱਗੀ ਪਈ ਆ ਦੋਵਾਂ ਧਿਰਾਂ ਦੀ, ਔਰ ਅਕਸ ਦਾ ਸਵਾਲ ਬਣ ਗਿਆ। ਇਮੇਜ ਬਿਲਡਿੰਗ ਦੀ ਸਾਰੀ ਪ੍ਰਕਿਰਿਆ ਅੱਧ ਬਾਟੇ ਖੜ ਗਈ, ਖੜੋਤ ਚੈਸ ਟਰੱਕ ਹੋ ਗਈ। ਕੌਣ ਹੁਣ ਕਾਇਮ ਰਹੂ ਤੇ ਕੌਣ ਢਹਿ ਜੂ, ਇਹ ਬੜੇ ਵੱਡੇ ਸਵਾਲ ਨੇ। ਜਰਾ ਖੋਲ ਕੇ ਦੱਸਿਓ ਮਾਜਰਾ ਕੀ ਹੈ। ਸਭ ਤੋਂ ਪਹਿਲੇ ਤੇ ਆਪਾਂ ਸਿੱਧੂ ਦੇ ਉਹਨਾਂ ਟਵੀਟਾਂ ਦੀ ਗੱਲ ਕਰਾਂਗੇ ਜਿਹੜੇ ਕੱਲ ਏਜੀ ਉਹਨਾਂ ਦੇ ਆਪਣੇ ਲੈਟਰ ਹੈਡ ਦੇ ਉੱਤੇ ਸਿੱਧੂ ਉਹਨਾਂ ਦੇ ਉੱਤੇ ਦੋਸ਼ ਲਾਏ ਸੀਗੇ ਕਿ ਇਹ ਏਜੀ ਆਫਿਸ ਤੇ ਮੁੱਖ ਮੰਤਰੀ ਦੋਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਔਰ ਉਹਦਾ ਰਾਜਨੀਤੀਕਰਨ ਕਰ ਰਹੇ ਨੇ। ਸਿੱਧੂ ਨੇ ਤਕਰੀਬਨ 12-13 ਘੰਟੇ ਦੀ ਚੁੱਪੀ ਤੋਂ ਬਾਅਦ ਅੱਜ 12 ਟਵੀਟ ਦੇ ਰਾਹੀਂ ਉਹ ਚੁੱਪੀ ਤੋੜੀ, ਔਰ ਉਹ ਟਵੀਟ ਇੰਨੇ ਕੁ ਢੁਕਵੇਂ ਸੀਗੇ ਇੱਥੇ ਤੱਕ ਕਿ ਉਹਨਾਂ ਨੇ ਇਹ ਗੱਲ ਤੱਕ ਕਹਿਤੀ ਕਿ ਜਿਨ੍ਹਾਂ ਨੇ ਤੁਹਾਨੂੰ ਅਪਾਇੰਟ ਕੀਤਾ ਹੈ ਤੁਸੀਂ ਉਹਨਾਂ ਵਾਸਤੇ ਕੰਮ ਕਰਦੇ ਹੋ, ਯਾਨੀ ਆਪਣੇ ਆਪ ਨੂੰ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਕੰਮ ਕਰਨ ਦੀ ਇੱਕ ਨਸੀਹਤ ਵੀ ਦੇਤੀ। ਔਰ ਨਾਲ ਦੇ ਨਾਲ ਇਹ ਵੀ ਕਿਹਾ ਕਿ ਕਾਨੂੰਨ ਅੰਧਾ ਹੈ ਪਰ ਪੰਜਾਬ ਦੇ ਲੋਕ ਅੰਨੇ ਨਹੀਂ ਹੈਗੇ। ਔਰ ਬਹੁਤ ਸਾਰੀ ਗੱਲਾਂ ਇੱਦਾਂ ਦੀ ਸੀਗੀ, ਅਗਰ ਇਹਦਾ ਨਿਸ਼ਕਰਸ਼ ਕੱਢਿਆ ਜਾਏ ਤੇ ਉਹ ਆਪਣੇ ਆਪ ਵਿੱਚ ਸਾਰੀ ਦੀ ਸਾਰੀ ਗੱਲਾਂ ਆਪਣੇ ਆਪ ਵਿੱਚ ਬੜੇ ਤਗੜੇ ਤਰੀਕੇ ਨਾਲ ਉਹਨਾਂ ਦੇ ਉੱਤੇ ਇੱਕ ਅਟੈਕ ਕੀਤਾ। ਔਰ ਉਸ ਅਟੈਕ ਤੋਂ ਬਾਅਦ ਏਜੀ ਉਹਨਾਂ ਦਾ ਇਮੀਡੀਏਟਲੀ ਮੁੱਖ ਮੰਤਰੀ ਦੇ ਨਾਲ ਮਿਲਣਾ, ਮੀਟਿੰਗ ਕਰਨਾ, ਉਹ ਆਪਣੇ ਆਪ ਨੂੰ ਇੰਡੀਕੇਟ ਕਰਦਾ ਹੈ ਕਿ ਉਹ ਵੀ ਆਪਣੇ ਆਪ ਨੂੰ ਘਿਰੇ ਹੋਏ ਮਹਿਸੂਸ ਕਰ ਰਹੇ ਨੇ। ਕਿਉਂਕਿ ਜਿਹੜੀ ਬਲੈਂਕਟ ਬੇਲ ਸੈਣੀ ਉਹਨਾਂ ਨੇ ਦਵਾਈ ਸੀ, ਉਹਨਾਂ ਨੇ ਇਹ ਗੱਲ ਕਹੀ ਕਿ ਉਸ ਕੋਰਟ ਦੇ ਆਰਡਰ ਦੇ ਖਿਲਾਫ ਕੀ ਤੁਸੀਂ ਕੋਈ ਸਰਕਾਰ ਨੂੰ ਨਸੀਹਤ ਦਿੱਤੀ ਕਿ ਹਾਈ ਕੋਰਟ ਦੇ ਆਰਡਰ ਦੇ ਖਿਲਾਫ ਸੁਪਰੀਮ ਕੋਰਟ ਜਾਇਆ ਜਾਏ ਜਾਂ ਉੱਚ ਅਦਾਲਤ ਦੇ ਵਿੱਚ ਜਾਇਆ ਜਾਏ? ਯਾਨੀ ਇਹ ਸਵਾਲ ਬਿਲਕੁਲ ਸਟੀਕ ਸੀਗੇ ਔਰ ਕਿਸੇ ਨਾ ਕਿਸੇ ਜਗ੍ਹਾ ਸਹੀ ਜਾ ਕੇ ਵੱਜੇ ਵੀ। ਹੁਣ ਗੱਲ ਹੈ ਕਿ ਏਜੀ ਦੀ ਅਪਾਇੰਟਮੈਂਟ ਦੇ ਉੱਤੇ ਜਿਹੜੇ ਸਿੱਧੂ ਉਹਨਾਂ ਨੇ ਆਬਜੈਕਸ਼ਨ ਲਾਏ ਨੇ ਉਹ ਆਪਣੇ ਆਪ ਵਿੱਚ ਲੋਕਾਂ ਨੂੰ ਤੇ ਸਮਝ ਆਉਂਦਾ ਹੈ ਕਿ ਵੈਲਿਡ ਹੈ। ਹੁਣ ਮੁੱਖ ਮੰਤਰੀ ਉਹਨਾਂ ਦੀ ਕੀ ਮਜਬੂਰੀ ਹੈ ਕਿ ਉਹਨਾਂ ਨੂੰ ਏਜੀ ਲਾ ਕੇ ਰੱਖਣਾ? ਏਜੀ ਉਹਨਾਂ ਅਸਤੀਫਾ ਦੇ ਦਿੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਹਾਡਾ ਅਸਤੀਫਾ ਫਿਲਹਾਲ ਤੇ ਮਨਜ਼ੂਰ ਤੇ ਕਰ ਲੈਂਦੇ ਆ ਪਰ ਅਗਲੇ ਏਜੀ ਦੀ ਅਪਾਇੰਟਮੈਂਟ ਤੱਕ ਤੁਸੀਂ ਕੰਟੀਨਿਊ ਕਰ ਸਕਦੇ ਹੋ। ਅੱਜ ਦੀ ਅਖਬਾਰ ਦੇ ਵਿੱਚ ਇਸ ਗੱਲ ਦਾ ਮੈਂਸ਼ਨ ਵੀ ਹੈਗਾ। ਪਰ ਇਹ ਚੀਜ਼ ਚੱਲ ਕੀ ਰਹੀ ਹੈ ਕਿ ਏਜੀ ਦੇ ਬਹਾਨੇ, ਜਿੱਦਾਂ ਕਹਿੰਦੇ ਨਾ ਕਈ ਵਾਰ ਮਾਪਿਓ ਲੜਦੇ ਹੁੰਦੇ ਤੇ ਬੱਚੇ ਦੇ ਬਹਾਨੇ ਲੜਦੇ ਹੁੰਦੇ ਆ ਕਿ ਮੰਮੀ ਨੂੰ ਕਹਦੇ ਐ, ਪਾਪਾ ਨੂੰ ਕਹਦੇ ਐ, ਮੈਂ ਨਹੀਂ ਜਾਂਦੀ, ਮੈਂ ਨਹੀਂ ਆਉਂਦਾ। ਉਸ ਤਰੀਕੇ ਦਾ ਹੀ ਏਜੀ ਦੇ ਆਫਿਸ ਨੂੰ ਟ੍ਰੀਟ ਕੀਤਾ ਜਾ ਰਿਹਾ ਹੈ। ਭਾਵੇਂ ਸਿੱਧੂ ਉਹਨਾਂ ਦੇ ਅਟੈਕ ਏਜੀ ਦੇ ਉੱਤੇ ਹੈਗੇ ਨੇ ਪਰ ਜਾ ਕੇ ਵੱਜਦੇ ਨੇ ਚੰਨੀ ਉਹਨਾਂ ਦੇ ਉੱਤੇ। ਔਰ ਜਦ ਏਜੀ ਸਿੱਧੂ ਉਹਨਾਂ ਦੇ ਖਿਲਾਫ ਇੱਕ ਲੈਟਰ ਛੱਡਦੇ ਨੇ, ਕਿਹਾ ਜਾਂਦਾ ਹੈ ਕਿ ਵੀ ਇਹ ਚੰਨੀ ਉਹਨਾਂ ਦੇ ਕਹਿਣ ਤੇ ਇਹ ਲੈਟਰ ਲਿਖਿਆ ਗਿਆ। ਯਾਨੀ ਲੜਾਈ ਇਨਡਾਇਰੈਕਟਲੀ ਚੱਲ ਤੇ ਰਹੀ ਹੈ ਪਰ ਉਸ ਲੜਾਈ ਦੀ ਵਜ੍ਹਾ ਤੇ ਜਾਈਏ ਤੇ ਵਜ੍ਹਾ ਕੋਈ ਖਾਸ ਲੱਭਦੀ ਨਹੀਂ। ਮੈਰਿਟ ਦੇ ਆਧਾਰ ਨਾਲ ਲੱਗਦਾ ਨਹੀਂ ਕਿ ਏਜੀ ਦਿਓਲ ਸਾਹਿਬ ਆਪਣੇ ਇਸ ਕੰਮ ਵਾਸਤੇ ਫਿੱਟ ਨੇ। ਭਾਵੇਂ ਉਹ ਬੜੇ ਕਾਬਿਲ ਵਕੀਲ ਨੇ
ਪਰ ਇਹ ਗੱਲ ਵੀ ਸੱਚਾਈ ਹੈ ਕਿ ਜਿਨ੍ਹਾਂ ਕੇਸਾਂ ਦੇ ਵਿੱਚ ਹੁਣ ਬਤੌਰ ਏਜੀ ਉਹਨਾਂ ਨੂੰ ਪੈਰਵੀ ਕਰਨੀ ਪੈ ਰਹੀ ਹੈ, ਉਹਨਾਂ ਕੇਸਾਂ ਦੇ ਵਿੱਚ ਉਹ ਆਰੋਪੀਆਂ ਦੇ ਨਾਲ ਖੜੇ ਸੀਗੇ। ਹੁਣ ਆਪਣੇ ਉਸ ਸਟੈਂਡ ਤੋਂ ਉਹ ਕਿੱਦਾਂ ਚੇਂਜ ਕਰਨਗੇ? ਭਾਸਕਰ ਸਾਹਿਬ, ਇੱਕ ਸੋਸ਼ਲ ਮੀਡੀਆ ਤੇ ਇੱਕ ਮੂਵ ਵੀ ਚੱਲਦੀ ਰਹੀ ਔਰ ਕਈ ਸਿਆਣੇ ਬੰਦਿਆਂ ਦੀ ਵੀ ਰਾਏ ਆ ਕਿ ਭਾਵੇਂ ਦਿਓਲ ਸਾਹਿਬ ਬੇਹੱਦ ਕਾਬਲ ਨੇ ਬਤੌਰ ਵਕੀਲ, ਪਰ ਉਹਨਾਂ ਨੇ ਜਿਹੜੇ ਕੇਸ ਚੁਣੇ ਨੇ ਉਹ ਉਹਨਾਂ ਨੇ ਨਿਜਲੀ ਚੁਣੇ ਨੇ। ਜਿੱਥੇ ਕਈ ਜਗ੍ਹਾ ਤੇ ਲੋਕ ਭਾਵਨਾਵਾਂ ਉਲਟ ਹੁੰਦੀਆਂ ਸੀ, ਉੱਥੇ ਵੀ ਉਹਨਾਂ ਨੇ ਕੇਸ ਲੜੇ। ਭਾਵੇਂ ਸੈਣੀ ਦਾ ਮਾਮਲਾ ਸੀ, ਉੱਥੇ ਮਨੁੱਖੀ ਅਧਿਕਾਰਾਂ ਤੇ ਹੋਰ ਕਈ ਮਾਮਲਿਆਂ ਦੀਆਂ ਗੱਲਾਂ ਸੀ। ਲੋਕ ਸਮਝਦੇ ਸੀਗੇ ਕਿ ਜੇ ਇੱਕ ਸੁਚੇਤ ਵਿਅਕਤੀ ਹੋਵੇ ਜਿਹੜਾ ਪੰਜਾਬ ਦੀ ਮਾਨਸਿਕਤਾ ਨਾਲ ਜੁੜਿਆ ਹੋਵੇ, ਉਹ ਇਹੋ ਜਿਹੇ ਕੇਸ ਫੜਨ ਲੱਗਿਆ 100 ਵਾਰੀ ਸੋਚਦਾ ਹੈ। ਸੋ ਉਹਨਾਂ ਨੇ ਆਪਣੇ ਨਿੱਜੀ ਹਿੱਤ ਜਾਂ ਉਹ ਜਿਹੜੀ ਮਿਲਦੀ ਫੀਸ ਜਾਂ ਕੋਈ ਪੁਰਾਣੇ ਯਾਰਾਨੇ ਸਾਥ, ਉਹਨਾਂ ਨੂੰ ਪ੍ਰਮੁੱਖਤਾ ਦਿੱਤੀ। ਸੋ ਅੱਜ ਜੇਕਰ ਉਹਨਾਂ ਨੂੰ ਪੇਸ਼ੇਵਰ ਵਕੀਲ ਵਜੋਂ ਵੀ ਲੈਣਾ ਹੋਵੇ ਤਾਂ ਤੁਹਾਨੂੰ ਪੰਜਾਬ ਦੇ ਹਿੱਤਾਂ ਨੂੰ ਨਾਲ ਧਿਆਨ 'ਚ ਰੱਖਣਾ ਹੀ ਪੈਂਦਾ, ਕਿਉਂਕਿ ਉਹਨਾਂ ਨੇ ਜਿਹੜਾ ਟਰੈਕ ਰਿਕਾਰਡ ਹੈ ਕਾਮਯਾਬੀ ਵਾਲਾ ਹੈ। ਲੇਕਿਨ ਜਿਹੜੇ ਕੇਸ ਨੇ ਉਹ ਲੋਕ ਮਾਨਸਿਕਤਾ ਦੇ ਉਲਟ ਸੀ, ਉਹਨਾਂ ਚੋਂ ਕਈ ਕੇਸ ਲੋਕ ਮਾਨਸਿਕਤਾ ਦੇ ਉਲਟ ਸੀ, ਜਿਵੇਂ ਸੈਣੀ ਵਾਲਾ। ਦੂਜਾ ਸਵਾਲ ਇਹ ਵੀ ਆ ਕਿ ਕੁਝ ਮਾਮਲਿਆਂ ਦੇ ਵਿੱਚ, ਜਿਵੇਂ ਹੁਣ ਸਨਾਰੀਆ ਜੇਲ੍ਹ ਤੋਂ ਤਲਬ ਕਰਨ ਦਾ ਫਰੀਦਕੋਟ ਕੋਰਟ ਨੇ ਆਰਡਰ ਕਰਤਾ ਸੀਗਾ ਕਿ ਤੁਸੀਂ SIT ਉਹਨੂੰ ਤਲਬ ਕਰਕੇ ਪੁੱਛ ਸਕਦੀ ਹੈ, ਸੱਦ ਸਕਦੀ ਹੈ, ਤੇ ਸਾਧ ਚਲੇ ਗਿਆ ਅਦਾਲਤ ਵਿੱਚ, ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਤਾਂ ਮੈਂ ਪੁਖਤਾ ਤਾਂ ਨਹੀਂ ਕਰਦਾ, ਲੇਕਿਨ ਇਹ ਗੱਲ ਜ਼ਰੂਰ ਹੈ ਕਿ ਉੱਥੇ ਜਦੋਂ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਪੰਜਾਬ ਦੇ ਵਿੱਚ, ਕਿਉਂਕਿ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਇਹਨੂੰ ਸਰਸੇ ਵਾਲੇ ਨੂੰ ਖਤਰਾ ਹੈ, ਪੰਜਾਬ ਪੁਲਿਸ ਦੀ ਜਦੋਂ ਪੰਜਾਬ ਦੇ ਵਿੱਚ ਲੈ ਕੇ ਜਾਣਾ ਤਾਂ ਇਹਨਾਂ ਨੂੰ ਖਤਰਾ ਹੈ ਕਿ ਇਹਨਾਂ ਨੂੰ ਹੋਰ ਕੇਸਾਂ 'ਚ ਵੀ ਉਲਝਾ ਲਿਆ ਜਾਊਗਾ, ਪੰਜਾਬ ਪੁਲਿਸ ਇਹਨਾਂ ਨੂੰ ਹੋਰ ਕੇਸਾਂ 'ਚ ਅਰੈਸਟ ਕਰ ਸਕਦੀ ਹੈ। ਤਾਂ ਉਦੋਂ ਸ਼ਾਇਦ ਬਹਿਸ ਵਿੱਚ ਇਹ ਵੀ ਗੱਲ ਸੁਣਿਆ ਆਈ ਹੈ ਕਿ ਤੁਸੀਂ ਸੈਣੀ ਵਾਲੇ ਕੇਸ ਵਿੱਚ ਤਾਂ ਇਹੀ ਗੱਲ ਕਹਿੰਦੇ ਸੀ। ਇਹ ਹੁਣ ਉੱਥੇ ਐਡਵੋਕੇਟ ਜਨਰਲ ਸਾਹਿਬ ਸੀਗੇ ਜਾਂ ਨਹੀਂ ਸੀਗੇ, ਲੇਕਿਨ ਇਹ ਗੱਲ ਜਿਹੜੀ ਸਿਰਸੇ ਵਾਲੇ ਦੇ ਵਕੀਲ ਨੇ ਜ਼ੋਰਦਾਰ ਢੰਗ ਨਾਲ ਕਹਿੰਦੇ ਕਹੀ ਹੈ ਕਿ ਇਹੀ ਇਹਨਾਂ ਮਾਮਲਿਆਂ 'ਚ ਕਿ ਜਦੋਂ ਤੁਹਾਡੇ ਮੁਵੱਕਲ ਨੂੰ, ਕਿਉਂਕਿ ਇਹ ਤਾਂ ਡਬਲ ਸਟੈਂਡਰਡ ਹੋ ਗਏ ਕਿ ਇੱਕ ਨੂੰ ਖਤਰਾ ਹੈ ਕਿ ਉਹਨੂੰ ਕਿਸੇ ਹੋਰ ਕੇਸ ਪਹੁੰਚਾਤਾ ਜਾਊਗਾ। ਸੋ ਸਵਾਲ ਇਹ ਹੈ ਕਿ ਜਦੋਂ ਹਿੱਤਾਂ ਦਾ ਟਕਰਾਅ ਆਉਂਦਾ ਹੈ, ਜਦੋਂ ਵੱਖ-ਵੱਖ ਕੇਸਾਂ 'ਚ ਤੁਸੀਂ ਵੱਖ-ਵੱਖ ਭੁਗਤਦੇ ਰਹੇ ਹੋ, ਸਿੱਧੂ ਵੱਲੋਂ ਉਹਨਾਂ ਕੇਸਾਂ ਦੀਆਂ ਕਾਪੀਆਂ ਨੱਥੀ ਕੀਤੀਆਂ ਗਈਆਂ ਨੇ, ਉਹ ਪਬਲਿਕ ਡੋਮੇਨ 'ਚ ਵੀ ਨੇ। ਅੱਜ ਕੱਲ੍ਹ ਮਾਣਯੋਗ ਹਾਈ ਕੋਰਟ ਦੇ ਸਾਰੇ ਫੈਸਲੇ ਜਿਹੜੇ ਆ ਉਹ ਆਨਲਾਈਨ ਨੇ। ਦੇਖਣ ਵਾਲੀ ਗੱਲ ਹੈ ਕਿ ਇਸ ਵੇਲੇ ਦਿਓਲ ਸਾਹਿਬ, ਭਾਵੇਂ ਅਸੀਂ ਉਹਨਾਂ ਦਾ ਸਨਮਾਨ ਕਰਦੇ ਆ ਐਜ਼ ਐਡਵੋਕੇਟ, ਪਰ ਉਹ ਫਸ ਗਏ ਨੇ। ਹੁਣ ਇਹ ਸਿਆਸੀ ਲੜਾਈ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੇ ਲੋਕ ਪੈ ਜਾਂਦੇ ਆ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਨੂੰ ਝੱਲਣਾ ਪੈਂਦਾ। ਦੂਜੇ ਬੰਨੇ ਕੁਝ ਲੋਕ ਕਹਿਣਗੇ ਜੀ ਉਹਨਾਂ ਦਾ ਕੀ ਹੈ ਜੀ, ਅਸਤੀਫਾ ਦੇ ਜਾਣਗੇ, ਲੇਕਿਨ ਇਹ ਵੀ ਗੱਲ ਸੱਚ ਹੈ ਕਿ ਲੜਾਈ ਬਹੁਤ ਜਿਹੜੀ ਤਿੱਖੀ ਹੋ ਗਈ ਆ। ਸੋ ਇਹ ਜਿਹੜੀ ਮੈਂ ਤੁਹਾਡੇ ਕੋਲੋਂ ਹੁਣ, ਤੁਹਾਨੂੰ ਲੱਗਦਾ ਹੈ ਕਿ ਇਹ ਏਜੀ ਸਾਹਿਬ ਨੂੰ ਛੱਡਣਾ ਪਊਗਾ ਜਾਂ ਸਿੱਧੂ ਸਾਹਿਬ ਛੱਡ ਜਾਣਗੇ? ਮੈਨੂੰ ਲੱਗਦਾ ਹੈ ਕਿ ਏਜੀ ਸਾਹਿਬ ਨੂੰ ਛੱਡਣਾ ਪਏਗਾ। ਕਾਰਨ ਕਿ ਦੇਖੋ, ਜੋ ਉਹਨਾਂ ਨੇ ਸੈਣੀ ਦੇ ਕੇਸ ਨੂੰ ਜਿੱਤਿਆ ਸੀਗਾ, ਉਹਦੇ ਵਿੱਚ ਹਾਈ ਕੋਰਟ ਦੇ ਆਰਡਰ ਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਸਾਨੂੰ ਸਰਕਾਰ ਦੀ ਮਨਸ਼ਾ ਦੇ ਉੱਤੇ ਸ਼ੱਕ ਹੈ ਔਰ ਰਾਜਨੀਤਿਕ ਕਾਰਨਾਂ ਕਰਕੇ ਉਹਨਾਂ ਨੂੰ ਬਲੈਂਕਟ ਬੇਲ 2022 ਦੇ ਇਲੈਕਸ਼ਨਾਂ ਤੱਕ ਮਿਲੀ। ਇਹ ਸਰਕਾਰ ਦੇ ਉੱਤੇ ਬੜਾ ਵੱਡਾ ਇੱਕ ਸਰਕਾਰ ਦੇ ਖਿਲਾਫ ਫੈਸਲਾ ਸੀਗਾ ਔਰ ਸਰਕਾਰ ਦੇ ਖਿਲਾਫ ਬੜੀ ਵੱਡੀ ਇੱਕ ਟਿੱਪਣੀ ਵੀ ਸੀ। ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਉਹਨਾਂ ਮੁੱਖ ਮੰਤਰੀ ਹੁੰਦੇ ਸੀਗੇ ਔਰ ਉਹਨਾਂ ਨੇ ਇਸ ਫੈਸਲੇ ਦੇ ਖਿਲਾਫ, ਇਸ ਫੈਸਲੇ ਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ। ਸਰਕਾਰ ਚੇਂਜ ਹੋਈ, ਚੰਨੀ ਉਹਨਾਂ ਨੇ ਉਸੇ ਵਿਅਕਤੀ ਨੂੰ, ਉਸੇ ਵਕੀਲ ਨੂੰ, ਉਸੇ ਸੀਨੀਅਰ ਲਾਇਰ ਨੂੰ ਏਜੀ ਲਾਤਾ ਜਿਨਨੇ ਸਰਕਾਰ ਦੇ ਖਿਲਾਫ ਅਦਾਲਤ ਤੋਂ ਇਸ ਤਰ੍ਹਾਂ ਦੀ ਇੱਕ ਖਤਰਨਾਕ ਟਿੱਪਣੀ। ਕਿਉਂਕਿ ਜਦ ਕਿਸੇ ਸਰਕਾਰ ਦੇ ਖਿਲਾਫ ਇਹ ਗੱਲ ਕੀਤੀ ਜਾਂਦੀ ਹੈ ਨਾ ਕਿ ਤੁਸੀਂ ਕੋਰਟ ਦੇ ਵਿੱਚ, ਕੋਰਟ ਨੂੰ ਸ਼ੱਕ ਹੈ ਤੁਹਾਡੀ ਮਨਸ਼ਾ ਦੇ ਉੱਤੇ, ਤੁਸੀਂ ਸਿਆਸੀ ਮਨਸ਼ਾ ਦੇ ਹੱਥ ਵਿੱਚ ਇਹ ਕੰਮ ਕਰ ਰਹੇ ਹੋ, ਤੇ ਇਸ ਕਰਕੇ ਫਲਾਣੇ ਅਕਿਊਜ਼ ਨੂੰ ਬਲੈਂਕਟ ਬੇਲ ਦਿੱਤੀ ਜਾਂਦੀ ਹੈ। ਜੇ ਸੈਣੀ ਸਾਹਿਬ ਨੂੰ ਇਹ ਬਲੈਂਕਟ ਬੇਲ ਮਿਲ ਸਕਦੀ ਹੈ ਤੇ ਹੋਰ ਜਿੰਨੇ ਵੀ ਕੇਸ ਨੇ, ਭਾਵੇਂ ਮਜੀਠੀਆ ਉਹਨਾਂ ਦੀ STF ਦੀ ਰਿਪੋਰਟ ਦੀ ਗੱਲ ਕਰੀਏ, ਉਹਦੇ ਵਿੱਚ ਵੀ ਅਗਰ ਕੋਈ ਐਕਸ਼ਨ ਹੁੰਦਾ ਹੈ ਤੇ ਉਸ ਆਧਾਰ ਦੇ ਉੱਤੇ ਮਜੀਠੀਆ ਉਹਨਾਂ ਨੂੰ ਵੀ ਬੇਲ ਮਿਲ ਸਕਦੀ ਹੈ। ਕਿਉਂਕਿ ਰਾਜਨੀਤਿਕ ਮਨਸ਼ਾਵਾਂ ਦਾ ਜ਼ਿਕਰ ਕਈ ਵਾਰ ਸਿਆਸੀ ਸਟੇਜਾਂ ਤੋਂ ਹੋ ਚੁੱਕਿਆ। ਬੇਅਦਬੀਆਂ ਦੇ ਮੁੱਦੇ ਦੇ ਉੱਤੇ ਬਾਦਲਾਂ ਦੇ ਖਿਲਾਫ ਕੀਤੀ ਹੋਈ ਟਿੱਪਣੀਆਂ, ਜੇ ਕਿਤੇ ਉਹਨਾਂ ਦਾ ਨਾਂ ਆਉਂਦਾ ਹੈ ਤੇ ਉਹਨਾਂ ਨੂੰ ਵੀ ਬਲੈਂਕਟ ਬੇਲ ਮਿਲ ਸਕਦੀ ਹੈ ਕਿਉਂਕਿ ਰਾਜਨੀਤਿਕ ਸਟੇਜਾਂ ਦੇ ਉੱਤੇ ਬਾਦਲਾਂ ਨੂੰ ਹਜੇ ਅਦਾਲਤ ਦੇ ਫੈਸਲੇ ਤੋਂ ਪਹਿਲੇ ਹੀ ਅਕਿਊਜ਼ਡ ਜਾਂ ਆਰੋਪੀ ਠਹਿਰਾ ਦਿੱਤਾ ਗਿਆ ਸੀਗਾ। ਯਾਨੀ ਜਿਹੜੇ ਫੈਸਲੇ ਦੀ ਵੱਡੀ ਗੱਲ ਹੈਗੀ ਹੈ ਉਸ ਪਾਸੇ ਜਾਣ ਦੀ ਬਜਾਏ ਹੁਣ ਗੱਲ ਏਜੀ ਦੇ ਅਪਾਇੰਟਮੈਂਟ ਦੀ ਜਾਂ ਉਹਨਾਂ ਦੇ ਰੈਜ਼ਿਗਨੇਸ਼ਨ ਦੀ ਹੋ ਰਹੀ ਹੈ। ਅਸੂਲਨ ਔਰ ਮੇਰੇ ਖਿਆਲ ਨਾਲ ਅਗਰ ਤੁਸੀਂ ਇਸ ਗੱਲ ਨੂੰ ਡੂੰਘਾਈ ਨਾਲ ਦੇਖੋ ਤੇ ਕੋਈ ਵੀ ਇੱਦਾਂ ਦੀ ਮੈਰਿਟ ਨਹੀਂ ਬਣਦੀ
ਜਿਹਦੇ ਕਰਕੇ ਕੋਈ ਏਦਾਂ ਦੀ ਮਜਬੂਰੀ ਨਹੀਂ ਬਣਦੀ ਕਿ ਦਿਓਲ ਸਾਹਿਬ ਨੂੰ ਹੀ ਐਡਵੋਕੇਟ ਜਨਰਲ ਲਾਇਆ ਜਾਣਾ ਚਾਹੀਦਾ ਹੈ। ਔਰ ਸਿੱਧੂ ਉਹਨਾਂ ਨੇ ਜਿਹੜੇ ਆਬਜੈਕਸ਼ਨ ਚੁੱਕੇ ਨੇ ਉਹਦਾ ਕੋਈ ਆਧਾਰ ਹੈਗਾ ਹੈ, ਔਰ ਉਸ ਆਧਾਰ ਦੇ ਉੱਤੇ ਜੇ ਗੱਲ ਡਿਸਕਸ ਹੁੰਦੀ ਹੈ, ਉਸ ਗੱਲ ਦੇ ਉੱਤੇ ਡਿਬੇਟ ਹੁੰਦੀ ਹੈ, ਤੇ ਕਿਸੇ ਨਾ ਕਿਸੇ ਜਗ੍ਹਾ ਸਿੱਧੂ ਉਹਨਾਂ ਸਹੀ ਪਾਏ ਜਾਂਦੇ। ਲੇਕਿਨ ਜਿਹੜੀ ਗੱਲ ਸਰਕਾਰ ਦੇ ਨਜ਼ਰੀਓਂ ਅੱਗੇ ਵੱਧ ਰਹੀ ਆ, ਜਦੋਂ ਇਹ ਚੌਪਰ ਦੇ ਵਿੱਚ ਇਕੱਠਿਆਂ ਫਲਾਈ ਕਰਦੇ ਆ ਕੇਦਾਰਨਾਥ ਨੂੰ, ਦੇਹਰਾਦੂਨ ਨੂੰ, ਉਸ ਦਿਨ ਤਾਂ ਕਾਫੀ ਕੁਝ ਕਹਿੰਦੇ ਨਜਿੱਠ ਲਿਆ ਗਿਆ ਸੀ। ਸੁਣਿਆ ਉਸ ਦਿਨ ਕਾਫੀ ਮਾਮਲੇ ਤੈਅ ਕਰ ਲਏ ਗਏ ਸੀ, ਔਰ ਜਿਸ ਤਰੀਕੇ ਨਾਲ ਹੱਥ 'ਚ ਹੱਥ ਪਾ ਕੇ, ਕੜਿੰਗੜੀਆਂ ਪਾ ਕੇ, ਬਾਹਾਂ ਖੜੀਆਂ ਦੀ ਫੋਟੋ ਆਈ, ਫਿਰ ਦੋਨਾਂ ਨੇ ਇੱਕ ਦੂਜੇ ਨੂੰ ਵੀਰ ਬਣ ਕੇ ਲੋਈਆਂ ਲੈ ਕੇ ਫੋਟੋ ਖਿਚਾਈ, ਵੱਖਰਿਆਂ ਇਕੱਲਿਆਂ ਵੀ। ਤੇ ਉਹ ਜਿਹੜਾ ਫੋਟੋ ਸ਼ੂਟ ਸੀ ਉਹ ਕਿਸ ਚੀਜ਼ ਦਾ ਸੂਚਕ ਆ। ਦੂਜੇ ਬੰਨੇ ਜਦੋਂ ਵਾਪਸ ਆ ਕੇ ਸਿੱਧੂ ਸਾਹਿਬ ਨੇ ਕਾਫੀ ਅੱਛਾ ਵੀ ਟਰੀਟ ਕੀਤਾ, ਕੈਪਟਨ ਸਾਹਿਬ ਤੇ ਚੜ ਕੇ ਰਾਸ਼ਨ ਪਾਣੀ ਲੈ ਕੇ ਅੰਮ੍ਰਿਤਸਰ ਚੇਂਜ ਲੱਗਿਆ ਜਿਵੇਂ ਸਭ ਨਿਪਟ ਗਿਆ, ਹੁਣ ਲੜਾਈ ਦਾ ਰੁਖ ਜਿਹੜਾ ਉਹ ਬਾਦਲ ਕਿਆਂ ਵੱਲ ਤੇ ਕੈਪਟਨ ਵੱਲ ਹੋਊਗਾ। ਤੇ ਉਸੇ ਹੀ ਵੇਲੇ ਜੇਕਰ ਸਿੱਧੂ ਨੇ ਮਸਲੇ ਉਠਾ ਵੀ ਦਿੱਤੇ ਸੀਗੇ, ਇਹ ਅਸਤੀਫਾ ਵਾਪਸ ਲੈਂਦੇ ਆ, ਉਹਨਾਂ ਕੋਲ ਕਹਿਣ ਦਾ ਕੋਈ ਦੂਜਾ ਰਸਤਾ ਬਚਿਆ ਨਹੀਂ। ਅਸਤੀਫਾ ਵਾਪਸ ਲੈਣ ਲੱਗਿਆ ਇਹ ਸਿੱਧੂ ਨੂੰ ਕਹਿਣਾ ਹੀ ਪੈਣਾ ਸੀ। ਇੱਕ ਸਿਆਸੀ ਬੰਦਾ ਜਿਹੜਾ ਬੜਬੋਲਾ ਹੈ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੂੰਹ ਰੱਖਣੀ ਨਹੀਂ ਕਰਦਾ, ਉਹ ਜਿਹੜਾ ਕਿਹਾ ਜਾਂਦਾ ਹੈ ਕਿ ਮੁੱਦਿਆਂ ਤੇ ਲੜ ਰਿਹਾ, ਸਿੱਧੂ ਨੇ ਤਾਂ ਆਪਣੀ ਗੱਲ ਕਹਿਤੀ ਸੀ। ਉਹਦੇ ਤੋਂ ਬਾਅਦ ਏਜੀ ਰਾਹੀਂ ਸਰਕਾਰ ਦਾ ਸਿੱਧੂ ਤੇ ਹਮਲਾ, ਇਹ ਮੈਨੂੰ ਗੈਰ ਵਾਜਬ ਜਿਹਾ ਲੱਗਿਆ। ਇਹ ਤਰਕ ਸੰਗਤ ਮੰਨੀਏ ਇਹਨੂੰ, ਇਹ ਲੜਾਈ ਨੂੰ, ਇਹਦਾ ਮਤਲਬ ਇਸ ਵਾਰੀ ਅੱਗੇ ਵਧਾ ਲਿਆ ਸਰਕਾਰ ਨੇ ਬਜਾਤੇ ਖੁਦ। ਕਈ ਵਾਰ ਰੰਧਾਵਾ ਜੀ ਗੱਲ ਹੁੰਦੀ ਹੈ ਕਿ ਵੀ ਤੁਸੀਂ ਤੇ ਲੜਾਈ ਮੁਕਾਉਣਾ ਚਾਹੁੰਦੇ ਹੋ, ਪਰ ਤੁਹਾਡੇ ਯਾਰ ਦੋਸਤ ਨਹੀਂ ਮੁਕਾਉਣ ਦਿੰਦੇ। ਇਹੀ ਕੁਝ ਚੰਨੀ ਉਹਨਾਂ ਦੇ ਨਾਲ ਹੋ ਰਿਹਾ ਹੈ, ਕਿਉਂਕਿ ਸਿੱਧੂ ਉਹਨਾਂ ਦੇ ਨਾਲ ਜਦੋਂ ਕੇਦਾਰਨਾਥ ਗਏ ਸੀਗੇ, ਉਹਦੇ ਵਿੱਚ ਕੁਝ ਗੱਲਾਂ ਇਦਾਂ ਦੀ ਹੋਈ ਸੀ ਜਿਹਦੇ ਹਿਸਾਬ ਨਾਲ ਸਾਨੂੰ ਵੀ ਇਸ ਗੱਲ ਦਾ ਯਕੀਨ ਹੋਇਆ ਸੀ ਵੀ ਲੜਾਈ ਮੁੱਕ ਗਈ। ਔਰ ਇਹਨਾਂ ਗੱਲਾਂ ਦਾ ਵੀ ਜ਼ਿਕਰ ਉਸ ਹੈਲੀਕਾਪਟਰ ਦੀ ਯਾਤਰਾ ਦੇ ਵਿੱਚ ਹੋਇਆ ਹੋਏਗਾ ਕਿ ਏਜੀ ਉਹਨਾਂ ਦੇ ਅਪਾਇੰਟਮੈਂਟ ਨੂੰ, ਕਿਉਂਕਿ ਉਸ ਤੋਂ ਪਹਿਲੇ ਉਹ ਅਸਤੀਫਾ ਦੇ ਚੁੱਕੇ ਸੀ ਏਜੀ ਉਹਨਾਂ, ਉਸ ਅਸਤੀਫੇ ਨੂੰ ਸਿਰਫ ਮਨਜ਼ੂਰ ਕਰਨ ਵਾਲੀ ਗੱਲ ਸੀਗੀ। ਪਰ ਜਦ ਉਹ ਵਾਪਸ ਆਉਂਦੇ ਨੇ ਤੇ ਉਹਨਾਂ ਦੇ ਸੁਰ ਬਦਲ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਆਪਣੀ ਗੱਲ ਤੇ ਫੇਰ ਟਿਕੇ ਰਹਿੰਦੇ ਨੇ, ਔਰ ਏਜੀ ਉਹਨਾਂ ਦਾ ਅਸਤੀਫਾ ਵਾਪਸ ਤੇ ਨਹੀਂ ਹੁੰਦਾ, ਪਰ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਤਦ ਤੱਕ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਕਰ ਰਹੇ ਜਦ ਤੱਕ ਕੋਈ ਨਵਾਂ ਏਜੀ ਅਸੀਂ ਅਪਾਇੰਟ ਨਹੀਂ ਕਰ ਸਕਦੇ ਜਾਂ ਨਹੀਂ ਕਰਦੇ। ਪੈਨਲ ਵੀ ਤਿਆਰ ਹੋਇਆ ਨਵੇਂ ਏਜੀ ਵਾਸਤੇ, ਪਰ ਉਹ ਗੱਲ ਅੱਗੇ ਨਹੀਂ ਤੁਰੀ। ਇਹ ਆਰੋਪ, ਇਹ ਟਵੀਟ, ਇਹ ਲੈਟਰ, ਇਹ ਜਿਹੜਾ ਖੇਡ ਹੋ ਰਿਹਾ ਕਿਸੇ ਨਾ ਕਿਸੇ ਜਗ੍ਹਾ, ਜਿੱਦਾਂ ਕਿਸਾਨਾਂ ਦੀ ਗੱਲ ਕਰਦੇ ਆ ਤੇ ਕਿਸਾਨਾਂ ਦੇ 40 ਜਿਹੜੀ ਆਰਗੇਨਾਈਜੇਸ਼ਨ ਹੈਗੀਆਂ, ਜਿਹੜੇ ਸੰਯੁਕਤ ਕਿਸਾਨ ਯੂਨੀਅਨ ਦੇ ਰੂਪ ਵਿੱਚ, ਮੋਰਚੇ ਦੇ ਰੂਪ ਵਿੱਚ ਹੈਗੀਆਂ, ਉਹਨਾਂ ਵਿੱਚੋਂ ਕੁਝ ਗੱਲਾਂ ਕੁਝ ਕਿਸਾਨ ਯੂਨੀਅਨ ਮੰਨ ਜਾਂਦੀ ਹੈ, ਪਰ ਬਾਕੀਆਂ ਨਹੀਂ ਮੰਨਦੀਆਂ। ਔਰ ਇਹਦੇ ਵਿੱਚ ਜੇ ਕੋਈ ਗੱਲ ਦੇ ਉੱਤੇ 2-4 ਕਿਸਾਨ ਜਥੇਬੰਦੀਆਂ ਮੰਨ ਵੀ ਜਾਂਦੀ ਹੈ ਤੇ ਉਹਨਾਂ ਨੂੰ ਗੱਦਾਰ ਕਰਾਰ ਦਿੱਤਾ ਜਾਂਦਾ। ਐਦਾਂ ਹੀ ਕੁਝ ਚੰਨੀ ਸਾਹਿਬ ਦੇ ਨਾਲ ਵੀ ਹੈਗਾ। ਸਿੱਧੂ ਨਾਲ ਇਕੱਲੇ ਉਹ ਸਮਝੌਤਾ ਤੇ ਕਰ ਆਉਂਦੇ ਨੇ, ਪਰ ਬਾਅਦ ਚੋਂ ਜਿਹੜੀ ਹੋਰ ਮਾਝਾ ਬ੍ਰਿਗੇਡ ਹੈਗੀ ਹੈ, ਉਹ ਕਿਸੇ ਨਾ ਕਿਸੇ ਜਗ੍ਹਾ ਉਹਨਾਂ ਨੂੰ ਸਮਝੌਤਿਆਂ ਤੇ ਖੜੇ ਨਹੀਂ ਰਹਿਣ ਦਿੰਦੀ। ਔਰ ਉਹ ਕਹਿੰਦੇ ਵੀ ਅਗਰ ਐਦਾਂ ਕਰਤਾ ਤੇ ਬਈ ਤੁਹਾਡੀ ਕੀ ਰੈਪੂਟੇਸ਼ਨ ਰਹੇਗੀ। ਜੇ ਤੁਸੀਂ ਏਜੀ ਨੂੰ ਹੀ ਬਦਲਤਾ ਤੇ ਫਿਰ ਤੁਸੀਂ ਤੇ ਐਜ਼ ਏ ਸੀਐਮ ਜ਼ੀਰੋ ਹੋ ਜਾਓਗੇ, ਤੁਸੀਂ ਤੇ ਸਿੱਧੂ ਦੇ ਸਾਹਮਣੇ ਬੜੇ ਛੋਟੇ ਨਜ਼ਰ ਆਓਗੇ। ਜਦ ਐਦਾਂ ਦੀ ਗੱਲਾਂ ਹੁੰਦੀ ਹੈ ਤੇ ਫਿਰ ਚੰਨੀ ਉਹਨਾਂ ਵੀ ਮਾਈਂਡ ਆਪਣਾ ਥੋੜਾ ਜਿਹਾ ਚੇਂਜ ਕਰ ਲੈਂਦੇ। ਬਿਲਕੁਲ ਅੰਦਰੋਂ ਨਿਕਲ ਕੇ ਆਈ ਹੈ। ਤੁਹਾਨੂੰ ਇੰਜ ਲੱਗਦਾ ਹੈ ਕਿ 2022 ਦੇ ਵਿੱਚ ਚਿਹਰਾ ਲੈ ਕੇ ਜਾਣਾ ਜੇ ਤੇ ਫਿਰ ਤੁਹਾਨੂੰ ਮਜ਼ਬੂਤ ਲੀਡਰ ਵਜੋਂ ਦਿਸਣਾ ਪਏਗਾ, ਤੇ ਜੇ ਸਿੱਧੂ ਇਹ ਗੱਲਾਂ ਮਨਵਾ ਜਾਂਦੇ ਤੇ ਮਜ਼ਬੂਤ ਲੀਡਰ ਤਾਂ ਉਹ ਹੋ ਗਏ। ਇਹ ਤਾਂ ਫਿਰ ਵਿਚਾਰ ਕੀ ਚਾ ਜਾਣਗੇ, ਤੁਹਾਡਾ ਕਹਿਣ ਦਾ ਮਤਲਬ ਹੈ। ਲੇਕਿਨ ਜਦੋਂ ਇਹਨਾਂ ਨੇ ਯੂਨਿਟੀ ਦੀ ਕੋਈ ਫੋਟੋ ਪਾਈ ਸੀ ਨਾ, ਤੇ ਉਦੋਂ ਰਵਨੀਤ ਬਿੱਟੂ ਨੇ ਕਿਹਾ ਸੀ, ਜਾਖੜ ਸਾਹਿਬ ਨੇ ਤੇ ਕਿਹਾ ਸੀ ਵੀ ਇਹ ਸਿਆਸੀ ਸ਼ਰਧਾਲੂ ਆ, ਇਹ ਕਿਹੜੇ ਪੀਰ ਨੂੰ ਮਨਾਉਣ ਚੱਲਿਆ। ਮਤਲਬ ਉਹਨਾਂ ਦਾ ਸਿੱਧਾ ਇਸ਼ਾਰਾ ਸੀ ਵੀ ਪੀਰ ਹੁਣ ਅੱਜ ਕੱਲ ਸਿੱਧੂ ਹੀ ਬਣਿਆ ਫਿਰਦਾ, ਸਿਆਸੀ ਪੀਰ ਇਹਨਾਂ ਦਾ। ਲੇਕਿਨ ਦੂਜੇ ਬੰਨੇ ਬਿੱਟੂ ਨੇ ਕਿਹਾ ਸੀ ਵੀ ਇਹ ਏਕਤਾ ਪੰਜਾਬ ਵਿੱਚ ਵੀ ਹੈ ਕਿ ਜਾਂ ਇੱਥੇ ਜੋਗੀ ਪੰਜਾਬ 'ਚ ਕਿਉਂ ਨਹੀਂ ਦਿਸਦੀ। ਉਸੇ ਹੀ ਬਿੱਟੂ ਨੇ, ਰਵਨੀਤ ਬਿੱਟੂ ਨੇ ਅੱਜ ਫਿਰ ਇਹ ਕਹਿਤਾ ਹੈ ਕਿ ਭਾਈ ਜੇ ਕੋਈ ਅਨਾਉਂਸਮੈਂਟਸ ਕਰਨੀ ਆ ਤਾਂ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਿਆ ਕਰੋ, ਬਾਅਦ ਦੇ ਵਿੱਚ ਕਰਿਆ ਕਰੋ। ਹੁਣ ਇਹ ਸਮੀਕਰਨ ਕੀ ਬਣ ਰਿਹਾ, ਇਹ ਸਮੀਕਰਨ ਕੀ ਬਣ ਰਿਹਾ, ਮੈਨੂੰ ਇਹ ਸਮਝਾਓ। ਕਿਉਂਕਿ ਜਿਹੜੇ ਹੁਣ ਧੜੇ ਬਣੇ ਆ ਇਹਨਾਂ ਦੇ ਉੱਤੇ ਵੀ ਇੱਕ ਵੱਖਰੀ ਡਿਬੇਟ 'ਚ ਜਾਵਾਂਗੇ। ਉਹਦੇ ਵਿੱਚ ਉਹਨਾਂ ਦੇ ਨਾਲ ਚੰਨੀ ਸਾਹਿਬ ਦੇ ਨਾਲ ਮਨਪ੍ਰੀਤ ਬਾਦਲ ਖੜੇ ਹੁੰਦੇ ਆ, ਔਰ ਇੱਕ ਪਾਸੇ ਪੂਰੀ ਦੀ ਪੂਰੀ ਜਿਹੜੀ ਸੁਖਜਿੰਦਰ ਸਿੰਘ ਰੰਧਾਵਾ ਦੀ ਲੌਬਿੰਗ ਆ ਉਹ ਵੱਖਰੀ ਆ, ਮਾਝਾ ਬ੍ਰਿਗੇਡ ਵੱਖਰੀ ਆ। ਹੁਣ ਤਿੰਨਾਂ ਧੜਿਆਂ 'ਚ ਇੱਕ ਸਿੱਧੂ ਦਾ ਧੜਾ ਹੈ ਜਿਹਦੇ ਵਿੱਚ ਪ੍ਰਗਟ ਸਿੰਘ ਤਾਂ ਹੈਗੇ ਹੀ ਆ, ਕਿਉਂਕਿ ਪ੍ਰਗਟ ਸਿੰਘ ਨੇ ਵੀ ਕੱਲ ਏਜੀ ਦੇ ਖਿਲਾਫ ਸਿੱਧਾ ਬਿਆਨ ਦਿੱਤਾ ਸੀ ਵੀ ਏਜੀ ਨੂੰ ਇਹੋ ਜਿਹੀ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਖੈਰ ਤਿੰਨ ਧੜਿਆਂ 'ਚ ਗੱਲ ਵੰਡੀ ਗਈ ਆ। ਮੈਨੂੰ ਬਿੱਟੂ ਵਾਲੀ ਗੱਲ ਤੋਂ ਅੱਗੇ ਵਧਾਇਓ, ਫਿਰ ਅੱਗੇ ਤੁਰਦੇ ਆ। ਦੇਖੋ, ਬਿੱਟੂ ਉਹਨਾਂ ਦੇ ਤੰਜ ਲਗਾਤਾਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਖਿਲਾਫ ਆ ਰਹੇ ਨੇ। ਇਹ ਤਦ ਤੋਂ ਆ ਰਹੇ ਨੇ ਜਦ ਉਹ ਪ੍ਰਧਾਨ ਵੀ ਨਹੀਂ ਬਣੇ ਸੀਗੇ। ਪ੍ਰਧਾਨ ਉਹਨਾਂ ਤੋਂ ਬਾਅਦ ਥੋੜਾ ਜਿਹਾ ਚੁੱਪ ਹੋ ਗਏ ਸੀਗੇ,
ਪਰ ਜਦ ਸਿੱਧੂ ਉਹਨਾਂ ਨੇ ਅਸਤੀਫਾ ਦਿੱਤਾ, ਫਿਰ ਤੇ ਉਹਨਾਂ ਨੇ ਕੁਛ ਐਦਾਂ ਦੇ ਕਮੈਂਟ ਵੀ ਕੀਤੇ ਜੋ ਕਿ ਸਿਰ 'ਚ ਸਵਾਹ ਪਾਉਣ ਵਾਲੇ ਕਮੈਂਟ ਸੀਗੇ, ਜਾਂ ਇਹ ਬੰਦਾ ਤੇ ਐਦਾਂ ਦਾ ਹੈਗਾ ਹੈ। ਮੈਨੂੰ ਇਹ ਲੱਗਦਾ ਹੈ ਕਿ ਰਵਨੀਤ ਬਿੱਟੂ ਨੂੰ ਕਿਸੇ ਕੁਰਸੀ ਦੀ ਚਾਹ ਤੇ ਲੱਗਦੀ ਹੈ, ਔਰ ਇਹ ਚਾਹੁੰਦੇ ਨੇ ਕਿ ਸਿੱਧੂ ਨੂੰ ਹਟਾ ਕੇ ਸ਼ਾਇਦ ਕਿਤੇ ਉਹਨਾਂ ਦਾ ਨੰਬਰ ਲੱਗ ਜਾਏ। ਮਤਲਬ ਪਰ ਨਵੀਂ ਜਿਸ ਪੀੜ੍ਹੀ ਦੀ ਲੜਾਈ, ਤਰੀਕੇ ਨਵੀਂ ਪੀੜ੍ਹੀ ਦੀ ਲੜਾਈ ਹੈ ਕਿ ਅਗਲੀ ਪੀੜ੍ਹੀ 'ਚ ਜੇ ਸਿੱਧੂ ਇੱਕ ਵਾਰੀ ਐਸਟੈਬਲਿਸ਼ ਹੋ ਗਏ ਤਾਂ ਫਿਰ ਅਸੀਂ ਕਿਤੇ ਨਹੀਂ ਸਟੈਂਡ ਕਰਨਾ। ਤੁਸੀਂ ਇਹ ਦੇਖੋ ਰੰਧਾਵਾ ਜੀ, ਹੋਰ ਕਈ ਬੰਦੇ ਸੀਗੇ ਜਿਹੜੇ ਇਸ ਲੜਾਈ ਦੇ ਵਿੱਚ ਸਿਹਰਾ ਬਣ ਕੇ ਬੈਠੇ ਸੀਗੇ। ਉਹਨਾਂ ਵਿੱਚੋਂ ਪ੍ਰਤਾਪ ਬਾਜਵਾ ਵੀ ਸੀਗੇ। ਪ੍ਰਤਾਪ ਬਾਜਵਾ ਉਹਨਾਂ ਦਾ ਅੱਜ ਬੜਾ ਵੱਡਾ ਕੱਦ ਹੋਣਾ ਸੀਗਾ ਜੇ ਲਾਸਟ ਮੂਵਮੈਂਟ ਦੇ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾ ਫਾਰਮ ਦੇ ਵਿੱਚ ਨਾ ਦੇਖੇ ਜਾਂਦੇ। ਔਰ ਜਿਸ ਤਰੀਕੇ ਦਾ ਉਹਨਾਂ ਨੇ ਸਟੈਂਡ ਕੈਪਟਨ ਅਮਰਿੰਦਰ ਸਿੰਘ ਦੀ ਸਪੋਰਟ ਵਿੱਚ ਲਿੱਤਾ, ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਛੱਡਣ ਤੋਂ ਬਾਅਦ ਅੱਜ ਕਿਸੇ ਵੀ ਜਗ੍ਹਾ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ। ਔਜਲਾ ਉਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਸਵਾਲ ਖੜੇ ਕੀਤੇ। ਲਾਲ ਸਿੰਘ ਉਹਨਾਂ ਜਿਹੜੇ ਬੜੇ ਕਲੋਜ਼ ਮੰਨੇ ਜਾਂਦੇ ਸੀ, ਅੱਜ ਉਹਨਾਂ ਨੇ ਵੀ ਇੱਕ ਸਭਾ ਦੇ ਵਿੱਚ ਇਹ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਇੱਕ ਸੀਟ ਵੀ ਪੰਜਾਬ ਵਿੱਚ ਨਹੀਂ ਜਿੱਤ ਸਕਦੀ। ਔਰ ਐਦਾਂ ਦੇ ਬਹੁਤ ਸਾਰੇ ਆਗੂ ਹੈ ਜਿਹੜੇ ਕੈਪਟਨ ਸਾਹਿਬ ਦੇ ਖੇਮੇ ਦੇ ਵਿੱਚ ਜਾਣੇ ਜਾਂਦੇ ਸੀਗੇ। ਉਹਨੇ ਜਦ ਬਿਜਲੀ ਸਸਤੀ ਕੀਤੀ ਸੀ ਤੇ ਸਭ ਤੋਂ ਜ਼ਿਆਦਾ ਭੰਗੜੇ ਉਹਨਾਂ ਦੋ ਕੈਬਨਿਟ ਮਿਨਿਸਟਰ ਨੇ, ਫਾਰਮਰ ਕੈਬਨਿਟ ਮਿਨਿਸਟਰ ਕਹਾਂਗੇ, ਸੁੰਦਰ ਸ਼ਾਮ ਅਰੋੜਾ ਤੇ ਦੂਜੇ ਸਾਧੂ ਸਿੰਘ ਧਰਮਸੋਤ, ਉਹਨਾਂ ਨੇ ਸਭ ਤੋਂ ਜ਼ਿਆਦਾ ਭੰਗੜੇ ਪਾਏ ਸੀ। ਲੱਡੂ ਵੀ ਸਭ ਤੋਂ ਜ਼ਿਆਦਾ ਖਾਏ ਸੀ ਤੇ ਖਵਾਏ ਸੀ। ਯਾਨੀ ਇਹ ਸਾਰੀ ਰਾਜਨੀਤੀ ਕਿਸੇ ਨਾ ਕਿਸੇ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪੰਜਾਬ ਲੋਕ ਕਾਂਗਰਸ ਦੇ ਵਿੱਚੋਂ ਲੋਕਾਂ ਨੂੰ ਗਾਇਬ ਕਰਨ ਦੀ ਵੀ ਇੱਕ ਕਵਾਇਦ ਹੈਗੀ ਹੈ। ਪੰਜਾਬ ਕਾਂਗਰਸ ਰਹਿ ਜਾਏ, ਲੋਕ ਵਿੱਚੋਂ ਹਟ ਜਾਏ। ਪਰ ਦੇਖੋ ਅੱਜ ਵੀ ਇੱਕ ਮਤਲਬ ਇੱਕ ਗੱਲ ਨਿਕਲ ਕੇ ਆਈ ਕਿ 9 ਕੁ MLA ਸ਼ਾਇਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਹੋ ਸਕਦੇ ਨੇ। ਔਰ ਚੋਣਾਂ ਦੇ ਕਰੀਬ ਹੋਰ ਐਦਾਂ ਦੇ MLA ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਜਾਂ ਜਿਨ੍ਹਾਂ ਨੂੰ ਜਿੱਤ ਦੀ ਆਸ਼ਾ ਨਹੀਂ ਹੈਗੀ, ਉਹ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਮਿਲ ਸਕਦੇ ਨੇ। ਪਰ ਇਸ ਰਾਜਨੀਤੀ ਦੇ ਵਿੱਚ ਹਜੇ ਕੈਪਟਨ ਸਾਹਿਬ ਦੀ ਅਮਿਤ ਸ਼ਾਹ ਉਹਨਾਂ ਨਾਲ ਜਿਹੜੀ ਮੀਟਿੰਗ ਹੈ, ਉਸ ਤੋਂ ਬਾਅਦ ਗੱਲ ਕੋਈ ਖੁੱਲ੍ਹ ਕੇ ਨਿਕਲੇਗੀ ਕਿ ਅੱਗੇ ਦੀ ਰਣਨੀਤੀ ਹੈ ਕੀ। ਅਗਲੇ ਭਾਸਕਰ ਸਾਹਿਬ ਇੱਕ ਖਬਰ ਜਿਹੜੀ ਹੈ ਨਾ ਜੀ ਮੇਰੇ ਕੋਲ ਹੈ ਕਿ ਲਗਭਗ ਹਰ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਫੋਨ ਕਰ ਰਹੇ ਨੇ। ਇਹ ਬੜੇ ਭਰੋਸੇਯੋਗ ਵਸੀਲਿਆਂ ਤੋਂ ਮੇਰੇ ਕੋਲ ਇਹ ਜਾਣਕਾਰੀ ਹੈ ਕਿ ਕੋਈ ਦਿਨ ਐਸਾ ਨਹੀਂ ਜਦੋਂ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਨਹੀਂ ਕੀਤਾ। ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦਾ ਮਨੋਬਲ ਕਾਇਮ ਰੱਖ ਰਹੀ ਹੈ ਔਰ ਉਹਨਾਂ ਨਾਲ ਗੈਰ ਰਸਮੀ ਗੱਲਬਾਤ ਹਰ ਰੋਜ਼ ਕਰਦੇ ਨੇ ਗ੍ਰਹਿ ਮੰਤਰੀ। ਹੁਣ ਸਵਾਲ ਇਹ ਵੀ ਆ ਕਿ ਕਿਸ ਆਧਾਰ ਤੇ ਪੰਜਾਬ ਦੀ ਪੋਲਿਟਿਕਸ ਅੱਗੇ ਵਧੂਗੀ। ਕਿ ਜਿਹੜੇ ਲੋਕਾਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਕੋਲ ਦਸਤਾਵੇਜ਼ ਨੇ ਕਰਪਸ਼ਨ ਦੇ, ਕਿ ਉਹਨਾਂ ਦੇ ਵਿੱਚ ਕੇਂਦਰ ਦੀਆਂ ਏਜੰਸੀਆਂ ਵੀ ਸ਼ਾਮਲ ਹੋਣਗੀਆਂ। ਇਹ ਵੀ ਦੇਖਣ ਵਾਲੀ ਗੱਲ ਆ। ਅੰਦਰ ਦੀ ਕਨਸੋ ਇਹ ਵੀ ਆ ਕਿ ਕਿਸੇ ਪੱਧਰ ਤੇ ਵੀ ਜਿੱਥੇ ਪੁਖਤਾ ਸਬੂਤ ਹੋਣਗੇ ਉੱਥੇ ਉਹ MLA ਜਾਂ ਜਿਹੜੇ ਵਜ਼ੀਰ ਇਹੋ ਜਿਹੇ ਮਾਮਲਿਆਂ 'ਚ ਸ਼ਾਮਲ ਪਾਏ ਜਾਣਗੇ, ਉਹਨਾਂ ਦੀ ਬਾਹ ਮਰੋੜੀ ਜਾ ਸਕਦੀ ਹੈ। ਔਰ ਬਹੁਤ ਸਾਰੇ ਵਜ਼ੀਰ ਔਰ MLA ਵਾਇਆ ਮੀਡੀਆ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਰੱਖ ਰਹੇ ਆ ਜਾਂ ਉਹਨਾਂ ਦੇ ਨੇੜਲੇ ਲੋਕਾਂ ਨੂੰ ਵੀ ਰਾਬਤਾ ਕਰ ਰਿਹਾ ਕਿ ਸਾਡਾ ਖਿਆਲ ਰੱਖਿਓ, ਸਾਡਾ ਧਿਆਨ ਰੱਖਿਓ। ਰਾਜਨੀਤੀ ਬੜੀ ਟੇਢੀ ਮੇਢੀ ਹੋ ਗਈ ਹੈ ਇਸ ਵੇਲੇ, ਕੋਈ ਪਤਾ ਨਹੀਂ ਲੱਗ ਰਿਹਾ ਕਿ ਗੱਲ ਕਿੱਥੋਂ ਕਿੱਧਰ ਨੂੰ ਚੱਲਣੀ ਆ। ਪਰ ਹੁਣ ਜਿੱਥੇ ਗੱਲ ਖੜੀ ਆ, ਇਹ ਕਾਂਗਰਸ ਦੀ ਧੜਿਆਂ 'ਚ ਵੰਡੀ ਰਾਜਨੀਤੀ, ਅਕਸ ਬਣਾ ਕੇ ਰੱਖਣ ਤੇ ਅੱਗੇ ਚੱਲਣ ਦੀ ਰਾਜਨੀਤੀ, ਅਗਲੀ ਪੀੜ੍ਹੀ ਦੇ ਵਾਰਸ ਦੀ ਰਾਜਨੀਤੀ, ਔਰ ਸਭ ਤੋਂ ਵੱਡੀ ਗੱਲ 2022 ਦੇ ਚਿਹਰੇ 'ਚ ਚੰਨੀ ਜਾਂ ਸਿੱਧੂ, ਇਹ ਰਾਜਨੀਤੀ ਇਹ ਕਾਂਗਰਸ ਨੂੰ ਪੁੱਠੀ ਪੈਣ ਲੱਗ ਪਈ ਆ। ਅੱਜ ਉਹਨਾਂ ਦੇ 10 ਔਰ 5 ਰੁਪਏ ਦੇ ਕੀਤੇ ਜਿਹੜੇ ਐਲਾਨ ਆ ਉਹ ਵੀ ਮਿੱਟੀ ਹੁੰਦੇ ਲੱਗਦੇ। ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਭਾਸਕਰ ਸਾਹਿਬ, ਇਹ 10 ਤੇ 5 ਰੁਪਏ ਤੇ ਪੰਜਾਬ ਦੇ ਲੋਕਾਂ ਦੇ, ਇਹ ਤਾਂ 2-3 ਸਾਲ ਪਹਿਲਾਂ ਹੀ ਘਟਾ ਦੇਣੇ ਚਾਹੀਦੇ ਸੀ। ਜਿਹੜਾ ਵੈਟ ਤੁਸੀਂ ਇੰਨਾ ਵਧਾ ਕੇ ਲੈ ਰਹੇ ਸੀ, ਜੇ ਅੱਜ ਘੱਟ ਕਰ ਦਿਓ ਤੇ ਗੁਜ਼ਾਰਾ ਹੋ ਜਾਊਗਾ ਤੇ ਅੱਗੇ ਨਹੀਂ ਸੀ ਹੋ ਸਕਦਾ। ਪੰਜਾਬ ਦੇ ਲੋਕਾਂ ਦੇ ਉੱਤੇ ਜਿਹੜਾ ਬੋਝ ਕੇਂਦਰ ਨੇ ਪਾਇਆ ਸੀ ਐਕਸਾਈਜ਼ ਡਿਊਟੀ ਦੇ ਰੂਪ 'ਚ ਪੈਟਰੋਲ ਡੀਜ਼ਲ ਦਾ, ਤੇ ਪੰਜਾਬ ਵੀ ਓਨਾ ਹੀ ਜਿੰਨਾ ਤੇਲ ਵੱਧਦਾ ਸੀ, ਜਿੰਨੇ ਰੇਟ ਵੱਧਦੇ ਸੀ, ਪੰਜਾਬ ਦੇ ਖਜ਼ਾਨੇ 'ਚ ਓਨੇ ਵੱਧ ਪੈਸੇ ਆਉਂਦੇ ਸੀ। ਸੋ ਸਵਾਲ ਤਾਂ ਇਹ ਹੈ ਕਿ ਇਹ ਸਾਰਾ ਕੁਝ ਜੋ ਵਾਪਰ ਰਿਹਾ ਵਾ, ਇਹਨੂੰ ਤੁਸੀਂ ਕਿਵੇਂ ਐਡਰੈਸ ਕਿਵੇਂ ਕਰੋਗੇ? ਇਹ ਸਭ ਤੋਂ ਵੱਡਾ ਸਵਾਲ ਆ। ਦੇਖੋ, ਸਭ ਤੋਂ ਪਹਿਲੇ ਤੇ ਕਿਸੇ ਬੰਦੇ ਦੀ ਜਦ ਲਾਟਰੀ ਲੱਗੀ ਹੁੰਦੀ ਹੈ ਨਾ, ਤੇ ਕਈ ਵਾਰ ਉਹ ਦਾਨ ਵੀ ਬਹੁਤਾ ਕਰਦਾ ਹੈ, ਔਰ ਖਾਸ ਕਰਕੇ ਟਾਈਮ ਉਹ ਹੋਏ ਇਲੈਕਸ਼ਨ ਦਾ। ਤੇ ਚੰਨੀ ਉਹਨਾਂ ਦਾ ਵੀ ਇਹ ਹਾਲ ਹੈ, ਖਜ਼ਾਨਾ ਖਾਲੀ ਹੈ, ਪਰ ਖਾਲੀ ਖਜ਼ਾਨੇ ਦੇ ਵਿੱਚ ਹੀ ਹੁੰਜ ਮਾਰ ਕੇ ਕੁਛ ਨਾ ਕੁਛ ਲੁਟਾਈ ਜਾਂਦੇ ਨੇ, ਕਿਉਂਕਿ ਲੁਟਾਣਾ ਬਣਦਾ ਵੀ ਹੈ। ਨਹੀਂ ਪਰ ਇਹ ਪੈਸੇ ਨਹੀਂ, ਆਹ ਪੈਸੇ ਤਾਂ ਲੋਕਾਂ ਨੂੰ 2-3-4 ਸਾਲ ਪਹਿਲਾਂ ਹੀ, ਕਿਉਂਕਿ ਇਹ ਜੇ ਵੈਟ ਤੋਂ ਬਿਨਾਂ ਇਹ ਤੋਂ ਗੁਜ਼ਾਰਾ ਹੋ ਸਕਦਾ ਸੀ ਤੇ ਇੰਨੇ ਚਿਰ ਲੋਕਾਂ ਦੀਆਂ ਜੇਬਾਂ ਜਿਹੜੀਆਂ ਫਰੋਲ ਕੇ ਤੁਸੀਂ ਕੱਢ ਲੈਂਦੇ ਸੀ। ਫਿਰ ਉਹਨੂੰ ਸ਼ਗਨ ਸਕੀਮ, ਫਿਰ ਉਹਨੂੰ ਥੋੜੀ ਮੋਟੀ ਸਬਸਿਡੀ, ਇੱਕ ਪਾਸਿਓਂ ਤੁਸੀਂ ਲਈ ਜਾਂਦੇ ਹੋ, ਦੂਜੇ ਪਾਸਿਓਂ ਦੇਈ ਜਾਂਦੇ ਹੋ। ਅਸੀਂ ਤਾਂ ਸਵਾਲ ਹੀ ਨਹੀਂ ਕਰਦੇ
ਆਪਾਂ ਤਾਂ ਖੁਸ਼ ਹੋ ਜਾਂਦੇ ਨਾ, ਦੇਖੋ ਪੰਜਾਬ ਦੀ ਰੰਧਾਵਾ ਜਨਤਾ ਜੀ, ਨਾ ਇਹਨਾਂ ਗੱਲਾਂ ਤੇ ਸਵਾਲ ਕਰੋ ਵੀ ਨਾ, ਕਿਉਂਕਿ ਜਦ ਹੂੰ, ਤੁਸੀਂ ਸਵਾਲ ਕਰਦੇ ਹੋ ਤੇ ਲੋਕ ਕਹਿੰਦੇ ਨੇ ਤੁਸੀਂ ਵੀ ਸਿੱਧੂ ਬਣ ਗਏ, ਯਾਨੀ ਹਾਂ ਕੋਈ ਚੀਜ਼ ਮਿਲ ਰਹੀ ਹੈ ਤੇ ਲੈ ਲਓ। ਉਹਦੇ ਵਿੱਚ ਕਿਉਂ ਤੁਸੀਂ ਲੋਲੀਪੌਪ ਦੀ ਰਾਜਨੀਤੀ ਉਹ ਕਰਦੇ? ਕਿਉਂਕਿ ਲੋਕਾਂ ਨੂੰ ਜਦ ਕੋਈ ਚੀਜ਼ ਮਿਲਦੀ ਹੈ ਨਾ, ਉਹ ਹੂੰ, ਬੰਦਾ ਬੜਾ ਪਿਆਰਾ ਲੱਗਦਾ ਹੈ, ਭਾਵੇਂ ਉਹ ਆਪਣੇ ਆਪ ਨੂੰ ਲੁਟਾ ਕੇ, ਸੂਬੇ ਨੂੰ ਲੁਟਾ ਕੇ ਕੁਝ ਦੇ, ਪਰ ਲੋਕਾਂ ਦੀ ਜੇਬ ਵਿੱਚ ਕੁਝ ਨਾ ਕੁਝ ਜਾਣਾ ਚਾਹੀਦਾ ਹੈ, ਉਹ ਜਾ ਰਿਹਾ ਹੈ। ਅਸੀਂ ਇਸ ਗੱਲ ਦੀ ਬਿਲਕੁਲ ਨਿਖੇਧੀ ਨਹੀਂ ਕਰਦੇ, ਇਹ ਕੰਮ ਬੜਾ ਵਧੀਆ ਹੋਇਆ ਹੈ ਨਹੀਂ ਨਹੀਂ ਔਰ ਨਹੀਂ, ਪਰ ਇਹ ਹੋਣਾ ਭਾਸਕਰ ਚਾਹੀਦਾ ਸੀ। ਸਾਹਿਬ ਨਹੀਂ, ਮੈਨੂੰ ਸਿਰਫ ਇਹਨਾਂ ਦੱਸਿਓ, ਕਿਹੜਾ ਬੰਦਾ ਜਿਹੜਾ ਸਕੂਟਰ, ਮੋਟਰਸਾਈਕਲ ਜਾਂ ਕਾਰ ਨਹੀਂ ਚਲਾ ਰਿਹਾ, ਜਾਂ ਬੱਸ ਵਿੱਚ ਸਫ਼ਰ ਨਹੀਂ ਕਰਦਾ, ਜਾਂ ਜਿਹਦਾ ਸਮਾਨ ਟਰੱਕ ਰਾਹੀਂ ਆਉਂਦਾ ਜਾਂਦਾ ਨਹੀਂ, ਜੇਕਰ ਪੈਟਰੋਲ ਔਰ ਡੀਜ਼ਲ ਦੇ ਰੂਪ ਚ ਅਸੀਂ ਇੱਕ ਜੇਬ ਚੋਂ ਪੈਸੇ ਦਿੰਨੇ ਆ, ਦੂਜੀ ਸਾਡੀ ਜੇਬ ਚੋਂ ਤੋਂ ਅੱਧੇ ਪੱਤ ਜਾਂਦੇ, ਸਾਡੇ 10 ਕੱਢ ਕੇ ਸਾਨੂੰ 5 ਦੇ ਦਿੱਤੇ ਜਾਂਦੇ, ਅਸੀਂ ਰੋਈਏ ਕਿ ਹੱਸੀਏ? ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ 4.5 ਸਾਲ ਪਹਿਲੋਂ ਯਾਰ ਉਹ ਵੈਟ ਘਟਾਉਂਦੇ ਤੇ ਖੁਸ਼ ਹੁੰਦੇ, ਤੇ ਅੱਜ ਕਿਉਂਕਿ ਦੂਜਿਆਂ ਨੇ ਸਾਰਿਆਂ ਨੇ ਘਟਾਤੇ, ਬਾਹ ਮਰੋੜੀ ਪਈ ਸੀ, ਦੂਜਾ ਅੱਗੇ ਇਲੈਕਸ਼ਨ ਆਉਂਦੀ ਹੈ, ਕਰਨਾ ਹੀ ਪੈਣਾ ਸੀ। ਪਰ ਮੈਂ ਭਾਸਕਰ ਸਾਹਿਬ, ਜਿਹੜੀ ਗੱਲ ਮੇਰੇ ਕੋਲ ਇੱਕ ਜਾਣਕਾਰੀ ਸੀ, ਮੈਂ ਤੁਹਾਡੇ ਨਾਲ ਸਾਂਝੀ ਕਰ ਲਾਂ। ਦੇਖੋ, ਇਹ ਗੱਲ ਨੇ ਅਗਲੇ ਦਿਨਾਂ ਦੇ ਵਿੱਚ ਰੂਪ ਰੰਗ ਸਰੂਪ ਲੈ ਲੈਣਾ, ਜੇ ਇਹਦੇ ਚ ਭੋਰਾ ਜਿੰਨੀ ਵੀ ਸਚਾਈ ਆ, ਕਿ ਕਿਸੇ ਮੌਕੇ ਦੇ ਉੱਤੇ ਜਿਹੜੇ ਬਿਜਲੀ ਦੇ ਸਮਝੌਤੇ ਸੀ ਕੈਪਟਨ ਅਮਰਿੰਦਰ ਸਿੰਘ ਰੱਦ ਕਰਨਾ ਚਾਹੁੰਦੇ ਸੀ 3-3.5 ਸਾਲ ਪਹਿਲਾਂ, ਇਹ ਖਬਰ ਹੈ ਮੇਰੇ ਕੋਲ। ਲੇਕਿਨ ਉਸ ਵੇਲੇ ਇਹ ਖਬਰ ਲੀਕ ਹੋ ਕੇ, ਕਿਉਂਕਿ ਹਰੇਕ ਆਫਿਸ ਦੇ ਵਿੱਚ ਕੇਂਦਰ ਨਾਲ ਜੁੜੇ ਅਫਸਰ ਵੀ ਬੈਠੇ ਹੁੰਦੇ ਆ, ਜਦੋਂ ਹਾਈ ਕਮਾਂਡ ਕੋਲ ਪਹੁੰਚੀ ਆ, ਕਾਂਗਰਸ ਦੀ ਹਾਈ ਕਮਾਂਡ ਕੋ, ਤਾਂ ਕੈਪਟਨ ਅਮਰਿੰਦਰ ਸਿੰਘ ਦੇ ਇਸ ਐਕਟ ਨੂੰ ਪਸੰਦ ਨਹੀਂ ਕੀਤਾ ਗਿਆ। ਬਾਅਦ ਦੇ ਵਿੱਚ ਆਰਟੀਆਈ ਰਾਹੀਂ ਇਹ ਵੀ ਜਾਣਕਾਰੀਆਂ ਆਈਆਂ ਸੀ ਕਿ ਬਿਜਲੀ ਕੰਪਨੀਆਂ ਅਕਸਰ ਜਿਹੜੀਆਂ ਸੈਂਟਰਲ ਜਥੇਬੰਦੀਆਂ ਪਾਰਟੀਆਂ ਹੁੰਦੀਆਂ, ਪੋਲੀਟੀਕਲ ਆਰਗੇਨਾਈਜੇਸ਼ਨਸ, ਉਹਨਾਂ ਨੂੰ ਫੰਡ ਦਿੰਦੀਆਂ ਇਲੈਕਸ਼ਨ ਫੰਡ ਦੇ ਰੂਪ ਚ। ਫਿਰ ਉਹ ਅੰਕੜੇ ਵੀ ਬਾਹਰ ਜਗਜ਼ਾਰ ਹੋਏ। ਸੋ ਅੱਜ ਜਿਹੜਾ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਦਾ ਨੋਟਿਸ ਹੀ ਜਾਰੀ ਹੋਇਆ ਕਿਸੇ ਥਰਮਲ ਪਲਾਂਟ ਨੂੰ ਜਾਂ ਕਿਸੇ ਬਿਜਲੀ ਕੰਪਨੀ ਨੂੰ, ਉਹਦੇ ਤੇ ਸਟੇ ਕਰਕੇ ਸੁਨੇਹਾ ਕੀ ਦਿੱਤਾ ਵੀ ਜਾਂ ਤਾਂ ਵਿਧਾਨ ਸਭਾ ਚ ਆਓ, ਨਵਾਂ ਕਾਨੂੰਨ ਲਿਆਓ, ਨਹੀਂ ਤਾਂ ਫਿਰ ਜੇ ਕਾਨੂੰਨ ਵੀ ਆ ਗਿਆ ਤੇ ਜਿਹੜੇ ਸਮਝੌਤੇ ਚ ਕੋਈ ਹੋਣਗੇ ਵੀ ਰੱਦ ਕਰੋਗੇ ਤੇ ਇੰਨੇ ਪੈਸੇ ਦੇਣੇ ਪੈਣੇ। ਮੈਨੂੰ ਲੱਗਦਾ ਪੰਜਾਬ ਦੇ ਲੋਕ ਦੋਵੇਂ ਪਾਸੋਂ ਹੀ ਮਰਦੇ ਪਏ। ਦੇਖੋ, ਜਦੋਂ ਇਹ ਸਮਝੌਤੇ ਰੱਦ ਹੋਏ ਸੀ ਜਾਂ ਰੱਦ ਹੋਣ ਦੀ ਕਵਾਇਦ ਸ਼ੁਰੂ ਹੋਈ ਸੀ, ਤਦੋਂ ਤੋਂ ਇਹ ਗੱਲ ਅਕਸਰ ਡਿਬੇਟ ਦੇ ਵਿੱਚ ਵੀ ਆਉਂਦੀ ਰਹੀ ਕਿ ਇਹ ਅਗਰ ਸਮਝੌਤੇ ਰੱਦ ਕੀਤੇ ਤੇ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ, ਔਰ ਇਹਨਾਂ ਜਿਹੜੇ ਰੱਦ ਕੀਤੇ ਹੋਏ ਸਮਝੌਤਿਆਂ ਦੇ ਖਿਲਾਫ ਟ੍ਰਿਬਿਊਨਲ ਇੱਕ ਸਖਤ ਫੈਸਲਾ ਲੈ ਕੇ ਸਟੇ ਵੀ ਦੇ ਸਕਦਾ, ਔਰ ਹੋਇਆ ਵੀ ਉੱਦਾਂ। ਹੁਣ ਇੱਕ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਸਲਾਹ ਦੇ ਵਿੱਚ ਕਿਹਾ ਸੀਗਾ, ਜੇ ਵਿਧਾਨ ਸਭਾ ਦੇ ਵਿੱਚ ਪੰਜਾਬ ਜਿੱਦਾਂ 2004 ਦੇ ਵਿੱਚ ਲਿਆਏ ਸੀਗੇ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ, ਉਸ ਬਿਨਾਂ ਤੇ ਅਗਰ ਕੋਈ ਐਕਟ ਵਿਧਾਨ ਸਭਾ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਇਹਨਾਂ ਸਮਝੌਤਿਆਂ ਨੂੰ ਰੱਦ ਕੀਤਾ ਜਾ ਸਕਦਾ ਹੈ ਲੀਗਲੀ। ਹੁਣ ਇੱਥੇ ਲੀਗਲ ਐਂਗਲ ਦੇਖਣਾ ਹੋਏਗਾ ਕਿ ਜਦ ਟ੍ਰਿਬਿਊਨਲ ਨੇ ਉਹਨਾਂ ਰੱਦ ਕੀਤੇ ਹੋਏ ਸਮਝੌਤਿਆਂ ਦੇ ਖਿਲਾਫ ਸਟੇ ਦੇ ਦਿੱਤਾ ਹੋਏ ਤੇ ਵਿਧਾਨ ਸਭਾ ਦੇ ਵਿੱਚ ਕੋਈ ਐਦਾਂ ਦਾ ਐਕਟ ਜਾਂ ਐਦਾਂ ਦਾ ਕੋਈ ਬਿੱਲ ਲਿਆਇਆ ਜਾ ਸਕਦਾ ਹੈ, ਔਰ ਅਗਰ ਉਹ ਬਿੱਲ ਲਿਆਇਆ ਜਾ ਸਕਦਾ ਹੈ ਤੇ ਉਹ ਕਿਤੇ ਬਾਅਦ ਚੋਂ ਗਵਰਨਰ ਦੇ ਕੋਲ ਹੀ ਨਾ ਰਹਿ ਜਾਏ, ਕਿਉਂਕਿ ਪਹਿਲਾਂ ਵੀ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਜ਼ਰੂਰ ਹੋਇਆ ਸੀ, ਪਰ ਉਹ ਗਵਰਨਰ ਤੋਂ ਅੱਗੇ ਨਹੀਂ ਵਧਿਆ ਸੀਗਾ। ਉਹ ਅੱਜ ਤੱਕ ਉਹਦੇ ਰਾਸ਼ਟਰਪਤੀ ਦੇ ਉਹਦੇ ਉੱਤੇ ਸਾਈਨ ਨਹੀਂ ਹੋਏ। ਇਸ ਤੋਂ ਪਹਿਲੇ ਵੀ ਕਈ ਫੈਸਲੇ ਲੈਂਡ ਐਕੁਇਜ਼ੀਸ਼ਨ ਨੂੰ ਲੈ ਕੇ ਵੀ ਵਿਧਾਨ ਸਭਾ ਨੇ ਜ਼ਰੂਰ ਪਾਸ ਕੀਤੇ ਸੀ, ਪਰ ਉਹ ਗਵਰਨਰ ਹਾਊਸ ਤੱਕ ਹੀ ਰਹਿ ਗਏ ਸੀ। ਜੇ ਐਦਾਂ ਦਾ ਕੋਈ ਫੈਸਲਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਲਿੱਤਾ ਜਾਂਦਾ ਹੈ ਤੇ ਅੱਗੇ ਜਾ ਕੇ ਕਿੰਨਾ ਕੁ ਅੱਗੇ ਵੱਧਦਾ ਹੈ। ਨਹੀਂ, ਪਰ ਭਾਸਕਰ ਸਾਹਿਬ, ਇਹਦੇ 'ਚ ਇੱਕ ਚੀਜ਼ ਹੋਰ ਵੀ ਹੈ, ਇਹ ਵੀ ਦੇਖਣਾ ਹੋਊਗਾ ਕਿ ਕੀ ਇਹ ਕਨਕਰੈਂਟ ਲਿਸਟ ਵਿੱਚ ਆਉਂਦਾ। ਜੇਕਰ ਇਹ ਬਿਜਲੀ ਜਿਹੜੀ ਆ, ਇਲੈਕਟ੍ਰਿਸਿਟੀ ਆ, ਉਹ ਸਟੇਟ ਦਾ ਸਬਜੈਕਟ ਹੈ ਜਾਂ ਕੇਂਦਰ ਦਾ ਸਬਜੈਕਟ ਹੈ, ਜਾਂ ਉਹ ਕਨਕਰੈਂਟ ਲਿਸਟ ਵਿੱਚ ਹੈ। ਜੇਕਰ ਮੰਨ ਲਓ ਪਹਿਲਾਂ ਹੀ ਕੋਈ ਬਿਜਲੀ ਦਾ ਐਕਟ ਸੈਂਟਰ ਦਾ ਹੈਗਾ, ਤੇ ਫਿਰ ਪੰਜਾਬ ਦਾ ਨਵਾਂ ਕਾਨੂੰਨ ਜਿਹੜਾ, ਉਹਦੇ ਕੀ ਅਰਥ ਰਹਿਣਗੇ। ਦੂਜੀ ਗੱਲ ਕਿ ਜੇਕਰ ਕੋਈ ਕੇਂਦਰ ਦੇ ਵਿੱਚ ਕੋਈ ਰੈਗੂਲੇਟਰ ਬੈਠਾ ਹੈ ਬਿਜਲੀ ਸਮਝੌਤਿਆਂ ਨਾਲ ਸੰਬੰਧਿਤ, ਜਾਂ ਬਿਜਲੀ ਦੇ ਜਿੰਨੇ ਵੀ ਐਗਰੀਮੈਂਟਸ ਹੈਗੇ ਆ, ਤਾਂ ਫਿਰ ਉਹਦੇ ਵਿੱਚ ਪੰਜਾਬ ਦੀ ਭੂਮਿਕਾ ਕਿੰਨੀ ਕਾ। ਤੀਜੀ ਗੱਲ, ਜੇ ਐਗਰੀਮੈਂਟਸ ਦੇ ਵਿੱਚ ਕੁਝ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਪੈਨਲਟੀਜ਼ ਲਿਖੀਆਂ ਗਈਆਂ ਕਿ ਜਿਹੜੀ ਧਿਰ ਛੱਡੂਗੀ ਉਹਨੂੰ ਇਹ ਭਰਨਾ ਪਊਗਾ ਜੁਰਮਾਨਾ, ਤੇ ਕੀ ਪੰਜਾਬ ਨੂੰ, ਇਹਨਾਂ ਥਰਮਲ ਪਲਾਂਟਸ ਨੂੰ ਜਾਂ ਇਹਨਾਂ ਬਿਜਲੀ ਕੰਪਨੀਆਂ ਨੂੰ ਕਿੰਨੇ ਕੁ ਪੈਸੇ ਦੇਣੇ ਪੈਣਗੇ। ਇੱਕ ਹੋਰ ਸਵਾਲ ਆ ਕਿ ਕੀ ਇਹ ਵੀ ਕਿਧਰੇ ਚੱਲ ਰਿਹਾ ਕਿ ਇਹਨਾਂ ਥਰਮਲ ਪਲਾਂਟਸ ਨੂੰ ਸੱਦਿਆ ਜਾਵੇ, ਇਹਨਾਂ ਦੀ ਮੈਨੇਜਮੈਂਟ ਨੂੰ, ਇਹਨਾਂ ਦੇ ਮਾਲਕਾਂ ਨੂੰ, ਔਰ ਰੀਵਿਜ਼ਿਟ ਜਾਂ ਰੀਨੈਗੋਸ਼ੀਏਸ਼ਨ ਜਿਹੜੀ ਆ ਉਹਦੇ 'ਚ ਵੀ ਵਧਿਆ ਜਾ ਸਕਦਾ। ਸੋ ਬੜੇ ਸਾਰੇ ਪੁਆਇੰਟ ਹੋ ਸਕਦੇ ਆ, ਲੇਕਿਨ ਚੋਣਾਂ ਸਿਰ ਤੇ ਆ, ਆਪਾਂ ਠਾਠਾ ਫੈਸਲੇ ਲੈਣੇ ਹੀ ਆ, ਭਾਵੇਂ ਉਹ ਫੈਸਲੇ ਟਿਕ ਸਕਣ ਜਾਂ ਨਹੀਂ ਟਿਕ ਸਕਣ। ਕੀ ਕਹਿੰਦੇ?
ਬਿਲਕੁਲ ਠੀਕ ਗੱਲ ਹੈਗੀ ਹੈ। ਇਹ ਬਿਜਲੀ ਸਮਝੌਤਿਆਂ ਦੇ ਵਿੱਚ ਬਹੁਤ ਸਾਰੇ ਪੇਚ ਹੈਗੇ ਹੈ। ਜਿੱਦਾਂ ਤੁਸੀਂ ਕੇਂਦਰ ਦੇ ਐਕਟ ਦੀ ਗੱਲ ਕੀਤੀ, ਤੁਹਾਨੂੰ ਯਾਦ ਹੋਏਗਾ ਸੈਂਟਰਲ ਇਲੈਕਟ੍ਰਿਸਿਟੀ ਐਕਟ, ਜੀ। ਯਾਨੀ ਉਹ ਬੜੀ ਵਾਰ ਕੋਸ਼ਿਸ਼ ਕੀਤੀ ਗਈ ਕਿ ਉਹ ਪਾਰਲੀਮੈਂਟ ਦੇ ਵਿੱਚ ਪਾਸ ਹੋਏ। ਮੇਰੇ ਖਿਆਲ ਨਾਲ ਹਜੇ ਤੱਕ ਪਾਸ ਨਹੀਂ ਹੋਇਆ। ਉਸ ਐਕਟ ਦੇ ਹਿਸਾਬ ਨਾਲ ਜਿਹੜੀ ਸੂਬੇ ਸੂਬੇ ਕਈ, ਜਿੱਦਾਂ ਐਗਰੀਕਲਚਰ ਸਬਸਿਡੀ ਅਸੀਂ ਦਿੰਦੇ ਹਾਂ, ਇੱਦਾਂ ਦੀ ਕੋਈ ਵੀ ਸਬਸਿਡੀ ਸੂਬੇ ਦੀ ਸਰਕਾਰ ਫੈਸਲਾ ਨਹੀਂ ਲੈ ਸਕਦੀ। ਯਾਨੀ ਬਹੁਤ ਸਾਰੇ ਪੇਚ ਹੈਗੇ ਨੇ ਕਿ ਇਹਨਾਂ ਸਮਝੌਤਿਆਂ ਨੂੰ ਲੈ ਕੇ ਜਿਹੜਾ ਜੱਬ ਆਪਾਂ ਪਾਇਆ ਹੋਇਆ ਹੈ। ਕਿਉਂਕਿ ਅੱਜ ਵੀ ਸੁਖਬੀਰ ਬਾਦਲ ਉਹਨਾਂ ਨੇ ਜਦ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਨੇ ਕਿ ਜਿਹੜਾ ਬਿਜਲੀ ਸਮਝੌਤਿਆਂ ਦੇ ਵਿੱਚ ਜਾਂ ਪੀਪੀਏ ਐਗਰੀਮੈਂਟ ਦੇ ਹਿਸਾਬ ਨਾਲ ਸਾਨੂੰ ਪਾਵਰ ਪਲਾਂਟਸ ਤੋਂ ₹2.80 ਦੇ ਹਿਸਾਬ ਨਾਲ ਬਿਜਲੀ ਮਿਲਦੀ ਸੀ, ਅਸੀਂ ਜੀ। ਉਹ ਰੱਦ ਕਰਕੇ 14-15 ਰੁਪਏ ਖਰੀਦ ਰਹੇ ਹਾਂ ਤੇ ਬਾਅਦ ਚੋਂ ਲੋਕਾਂ ਨੂੰ ਸਸਤੀ ਦੇ ਰਹੇ ਹਾਂ। ਇਹ ਤਾਂ ਜੀ। ਲੁਟਾਉਣ ਵਾਲੀ ਗੱਲ ਹੋ ਗਈ। ਔਰ ਅਗਰ ਇਹ ਗੱਲ ਸਹੀ ਹੈ, ਕਿਉਂਕਿ ਜਦ ਤੱਕ ਵਾਈਟ ਪੇਪਰ ਦੀ ਗੱਲ ਜਿਹੜੀ ਬਹੁਤ ਵਾਰ ਹੋਈ ਹੈ, ਹੁਣ ਸਿੱਧੂ ਹੋਰਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੀਤੀ ਸੀ, ਜਦ ਜੀ। ਤੱਕ ਉਹ ਵਾਈਟ ਪੇਪਰ ਨਹੀਂ ਆਉਂਦਾ, ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਕੌਣ ਕਿੱਥੇ ਤੇ ਕਿੱਦਾਂ ਗਲਤ ਸੀਗਾ, ਤਦ ਜੀ। ਤੱਕ ਲੋਕ ਇਸ ਗੱਲ ਨੂੰ ਮੂਕ ਦਰਸ਼ਕ ਬਣ ਕੇ ਹੀ ਦੇਖ ਸਕਦੇ ਨੇ। ਸਰਕਾਰਾਂ ਫੈਸਲੇ ਲੈਂਦੀ ਹੈ, ਉਹ ਫੈਸਲੇ ਕੋਰਟਾਂ ਦੇ ਵਿੱਚ ਰਿਜੈਕਟ ਹੋ ਜਾਂਦੇ ਨੇ। ਵਿਧਾਨ ਜੀ। ਸਭਾ ਦੇ ਵਿੱਚ ਜਿਹੜਾ ਫੈਸਲਾ ਲਿੱਤਾ ਗਿਆ ਹੈ, ਉਹ ਕਿੰਨਾ ਕੁ ਅੱਗੇ ਵਧੇਗਾ, ਇਹਦੇ ਉੱਤੇ ਵੀ ਲੋਕਾਂ ਨੂੰ ਹਜੇ ਪੂਰੀ ਤਰੀਕੇ ਨਾਲ ਜਾਣਕਾਰੀ ਨਹੀਂ ਹੈਗੀ। ਔਰ ਅਸੀਂ ਵੀ ਇਸ ਬਾਰੇ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਕਹਿ ਸਕਦੇ ਕਿ ਅੱਗੇ ਜੀ। ਚੱਲ ਕੇ ਵਿਧਾਨ ਸਭਾ ਦੇ ਵਿੱਚ ਭਾਵੇਂ ਉਹ ਬੀਐਸਐਫ ਦਾ ਮੁੱਦਾ ਹੋਏ ਜਾਂ ਬਿਜਲੀ ਦਾ ਮੁੱਦਾ ਹੋਏ, ਉਹ ਜੀ। ਕਿੰਨਾ ਕੁ ਸਕਸੈਸਫੁਲ ਹੋ ਸਕਦਾ ਹੈ। ਜੀ। ਭਾਸਕਰ ਸਾਹਿਬ, ਹੋਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਅੱਗੇ ਵਧਿਆ ਜਾ ਸਕਦਾ, ਲੇਕਿਨ ਅਸੀਂ ਕਾਫੀ ਅੱਗੇ ਨਿਕਲ ਆਏ ਹਾਂ। ਲੋਕਾਂ ਕੋਲ ਬਹੁਤ ਸਮੇਂ ਦੀ ਕਿੱਲਤ ਰਹਿੰਦੀ ਆ। ਇਸ ਤੋਂ ਪਹਿਲਾਂ ਕਿ ਲੋਕ ਸਾਨੂੰ ਇਹ ਕਹਿਣ ਕਿ ਤਾਂ ਬੜਾ ਬੋਰ ਕਰਦੇ ਆ, ਆਪਾਂ ਹੁਣ ਮੇਰਾ ਖਿਆਲ ਹੈ ਕਿ ਭਰਿਆ ਹੀ ਮੇਲਾ ਛੱਡ ਦਈਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।